ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਉਡਾਨ ਨਿਊਜ਼ 24। ਮੈਂ ਹਰਜਿੰਦਰ ਸਿੱਧੂ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਬੀਤੇ ਕੁਝ ਦਿਨਾਂ ਤੋਂ ਹਰ ਇੱਕ ਇਨਸਾਨ ਦੀਆਂ ਨਜ਼ਰਾਂ ਦਿੱਲੀ ਦੇ ਵਿੱਚ ਟਿਕੀਆਂ ਹੋਈਆਂ ਨੇ। ਦਿੱਲੀ ਦੇ ਵਿੱਚ ਭਾਵੇਂ ਕਿਸਾਨੀ ਸੰਘਰਸ਼ ਕਰਕੇ ਹਰ ਇੱਕ ਖਬਰ ਦੇ ਉੱਪਰ ਨਜ਼ਰ ਬਣੀ ਹੋਈ ਆ ਪੰਜਾਬ ਦੇ ਲੋਕਾਂ ਦੀ। ਤੇ ਹੁਣ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਜੋ ਹੈ ਕੇਂਦਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜੋ ਹੈ ਬਜਟ ਪੇਸ਼ ਕੀਤਾ ਗਿਆ। ਬਜਟ ਕਿੰਨਾ ਕੁ ਵਾਜਬ ਹੈ, ਕਿੰਨਾ ਕੁ ਵਜ਼ਨਦਾਰ ਹੈ, ਕੀ ਕੁਛ ਨਵਾਂ ਹੈ ਤੇ ਕੀ ਕੁਛ ਨਹੀਂ ਨਵਾਂ, ਕਿਸ ਤਰ੍ਹਾਂ ਦੇ ਟੈਕਸਸ ਲਗਾਏ ਗਏ ਨੇ, ਕਿਸ ਤਰ੍ਹਾਂ ਦੀ ਰਾਹਤ ਦਿੱਤੀ ਗਈ ਹੈ, ਕਿਹੜੇ ਵਰਗ ਨੂੰ ਉਭਾਰਿਆ ਗਿਆ, ਕਿਹੜੇ ਵਰਗ ਨੂੰ ਅੱਖੋਂ ਪਰੋਖੇ ਰੱਖਿਆ ਗਿਆ। ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਗਏ ਨੇ ਡਾਕਟਰ ਰਾਜੀਵ ਖੋਸਲਾ ਜੀ, ਐਸੋਸੀਏਟ ਪ੍ਰੋਫੈਸਰ ਨੇ MBA ਡਿਪਾਰਟਮੈਂਟ ਚੰਡੀਗੜ੍ਹ ਤੋਂ। ਤੇ ਗੱਲਬਾਤ ਕਰਾਂਗੇ ਉਹਨਾਂ ਨਾਲ ਕਿਉਂਕਿ ਉਹਨਾਂ ਦਾ ਲੰਮੇ ਲੇਖ ਉਹਨਾਂ ਦੇ ਲੱਗਦੇ ਰਹਿੰਦੇ ਨੇ, ਜੁੜਦੇ ਰਹਿੰਦੇ ਨੇ ਉਹ ਸਾਡੇ ਨਾਲ ਬਜਟ ਦੇ ਉੱਪਰ, ਭਾਵੇਂ ਉਹ ਪੰਜਾਬ ਦਾ ਬਜਟ ਹੋਵੇ, ਭਾਵੇਂ ਉਹ ਕੇਂਦਰੀ ਬਜਟ ਹੋਵੇ, ਕਾਫੀ ਮਾਹਿਰ ਨੇ। ਖੋਸਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਜੀ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਉਡਾਨ ਨਿਊਜ਼ 24 ਤੇ ਸਾਡੇ ਇਸ ਐਪੀਸੋਡ ਦੇ ਵਿੱਚ ਜੁੜਨ ਦੇ ਲਈ, ਸਪੈਸ਼ਲੀ ਬਜਟ ਦੇ ਉੱਪਰ ਚਰਚਾ ਕਰਨ ਲਈ। ਮਿਹਰਬਾਨੀ ਜੀ, ਬਹੁਤ ਜੀ। ਪਹਿਲਾਂ ਵੀ ਤੁਹਾਡੇ ਨਾਲ ਕਾਫੀ ਸਮਾਂ ਰਾਬਤਾ ਕਰਦੇ ਰਹਿੰਦੇ ਹਾਂ ਅਸੀਂ ਬਜਟ ਦੇ ਉੱਪਰ। ਤੇ ਅੱਜ ਜੇਕਰ ਆਪਾਂ ਕੇਂਦਰੀ ਬਜਟ ਦੀ ਗੱਲ ਕਰੀਏ ਤਾਂ ਮੈਂ ਸ਼ੁਰੂਆਤ ਕਰਨੀ ਚਾਹਾਂਗਾ ਕਿ 2021 ਦਾ ਇਹ ਦੂਸਰਾ ਮਹੀਨਾ ਚੱਲ ਰਿਹਾ ਤੇ 2021 ਤੋਂ ਬਾਅਦ ਅੱਗੇ 2022 ਦੇ ਵਿੱਚ ਕਈ ਸਟੇਟਸ ਦੇ ਵਿੱਚ ਇਲੈਕਸ਼ਨ ਵੀ ਹੋਣੇ ਨੇ। ਤਾਂ ਜੋ ਬੀਤਾ ਸਾਲ ਟੱਪ ਗਿਆ 2020 ਦਾ, ਤੇ ਬਹੁਤ ਉਤਰਾਅ ਚੜ੍ਹਾਅ ਵੀ ਸਾਨੂੰ ਦੇਖਣੇ ਪਏ ਇਸ ਵਰ੍ਹੇ ਦੇ ਵਿੱਚ। ਤਾਂ ਇਸ ਤੋਂ ਬਾਅਦ ਨਾਲ ਦੀ ਨਾਲ ਕਿਸਾਨੀ ਸੰਘਰਸ਼ ਹੁੰਦਾ ਹੈ। ਕਿਸਾਨੀ ਸੰਘਰਸ਼ ਦੇ ਵੀ ਬਹੁਤ ਜ਼ਿਆਦਾ ਸਿੱਟੇ ਸਰਕਾਰ ਨੂੰ ਦੇਖਣ ਨੂੰ ਮਿਲੇ। ਇਸ ਦੇ ਦਰਮਿਆਨ ਸਾਰੇ ਜਿਹੜੇ ਹੈਗੇ ਨੇ ਆਪਣੇ ਬਜਟ ਨੂੰ ਪੇਸ਼ ਕਰਨਾ ਕੇਂਦਰ ਸਰਕਾਰ ਵੱਲੋਂ, ਤੁਸੀਂ ਕਿਵੇਂ ਵੇਖ ਰਹੇ ਹੋ? ਕੀ ਕੁਛ ਨਵਾਂ ਨਿਕਲ ਕੇ ਆਇਆ ਬਜਟ ਦੇ ਵਿੱਚ? ਦੇਖੋ ਜੀ, ਇਹ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਵੀ ਆਪਣੇ ਤੋਂ ਅਸੀਂ ਰਹਿ ਗਈ ਹੈ ਜਾਂ ਨਹੀਂ, ਅਸੀਂ ਜਿਹਨੂੰ ਹਜੇ ਤੱਕ ਅਸੀਂ ਨਹੀਂ ਟੱਚ ਕਰ ਰਹੇ, ਉਹ ਗੱਲ ਹੈ ਵੀ ਇਹ ਐਤਕੀ ਦਾ ਜਿਹੜਾ ਬਜਟ ਹੈ 21ਵੀਂ ਸ਼ਤਾਬਦੀ ਦੇ ਵਿੱਚ ਇਹ ਪਹਿਲੀ ਵਾਰੀ ਏਦਾਂ ਹੋ ਰਿਹਾ ਹੈ ਜਦੋਂ ਸਾਡੀ GDP ਜਿਹੜੀ ਹੈ ਉਹ ਨਕਾਰਾਤਮਕ ਹੈ। ਮੰਨਫੀ ਰਹਿੰਦੇ ਵੀ ਅਸੀਂ ਪਹਿਲੀ ਵਾਰੀ ਆਪਣਾ ਬਜਟ ਪੇਸ਼ ਕਰ ਰਹੇ। ਅਜਿਹਾ ਹਿੰਦੁਸਤਾਨ, ਆਜ਼ਾਦ ਹਿੰਦੁਸਤਾਨ ਦੇ ਵਿੱਚ 4 ਵਾਰੀ ਹੋਇਆ। 1958, 59, 1967, 68, 74, 1980, 81 ਤੇ ਇਹ ਪਹਿਲੀ ਵਾਰੀ ਹੋਇਆ ਵੀ ਹੁਣ 2000 ਦੇ ਵਿੱਚ ਜਦੋਂ ਅਸੀਂ ਪਹੁੰਚ ਗਏ 2001 ਤੋਂ ਲੈ ਕੇ 2021 ਵਾਲਾ ਜਿਹੜਾ ਐਤਕੀ ਜਿਹੜਾ 2021-22 ਵਾਸਤੇ ਜਿਹੜਾ ਬਜਟ ਆਇਆ, ਉਹਦੇ ਚ ਪਹਿਲੀ ਵਾਰੀ ਮੰਤਰੀ ਰਹਿੰਦੇ ਆ ਸਰਕਾਰ ਨੂੰ ਇਹ ਬਜਟ ਦੇਣਾ ਪਿਆ। ਹੁਣ ਇਸ ਦੇ ਨਾਲ ਇੱਕ ਗੱਲ ਹੋਰ ਸਾਨੂੰ ਜਿਹੜੀ ਧਿਆਨ ਦੇਣ ਵਾਲੀ ਹੈ ਵੀ ਸਾਡਾ ਤਾਂ ਜਿਹੜਾ ਅਰਥਚਾਰਾ ਹੈ ਉਹ ਪਹਿਲਾਂ ਹੀ ਲੀਹਾਂ ਤੋਂ ਉਤਰਿਆ ਹੋਇਆ ਸੀ ਸਾਨੂੰ, ਕਿਉਂਕਿ ਜਿਹੜਾ ਇਹ ਮਹਾਮਾਰੀ ਨੇ ਸਾਨੂੰ ਘੇਰਿਆ ਉਹ ਤਾਂ ਮਾਰਚ ਅਪ੍ਰੈਲ ਤੋਂ ਬਾਅਦ ਗੱਲ ਹੁੰਦੀ ਹੈ। ਸਾਡਾ ਅਰਥਚਾਰਾ ਤੇ ਜੇ ਅਸੀਂ ਪਹਿਲੋਂ ਗੱਲ ਕਰੀਏ ਵੀ 2017 ਤੋਂ ਬਾਅਦ ਅਸਾਂ ਪਹਿਲਾਂ ਹੀ ਥੱਲੇ ਜਾ ਰਹੇ ਸੀ। ਸਾਡਾ ਜਿਹੜਾ ਅਰਥਚਾਰਾ ਹੈ ਉਹ ਠੀਕ ਨਹੀਂ ਸੀ ਚੱਲ ਰਿਹਾ, ਲੀਹਾਂ ਤੋਂ ਉਤਰਿਆ ਹੋਇਆ ਸੀ। ਤਾਂ ਉਹਨੇ ਹੋਰ ਵੀ ਸਮੱਸਿਆ ਸਾਡੇ ਲਈ ਖੜੀ ਕਰਤੀ। ਇਹਨਾਂ ਪਰਿਸਥਿਤੀਆਂ ਦੇ ਵਿੱਚ ਜਿਹੜਾ ਇਹ ਬਜਟ ਬਣ ਕੇ ਆਉਣਾ ਸੀ, ਬੜੀ ਉਮੀਦ ਸੀ ਵੀ ਲੋਕਾਂ ਵਾਸਤੇ ਬਹੁਤ ਕੁਛ ਲੈ ਕੇ ਆਏਗਾ। ਪਰ ਜਿੱਦਾਂ ਘਰ ਦੇ ਭਾਗ ਜਿਹੜੇ ਡਿਊਟੀ ਤੋਂ ਪਤਾ ਲੱਗ ਜਾਂਦੇ ਨੇ, ਉਦਾਂ ਹੀ ਨਾ ਜਦੋਂ ਦੋ ਅਲੱਗ ਆਵਾਜ਼ਾਂ ਆਈਆਂ, ਇੱਕ ਪਹਿਲਾਂ ਨਿਰਮਲਾ ਸੀਤਾਰਮਨ ਜੀ ਦੀ ਆਈ ਵੀ ਐਤਕੀ ਦਾ ਬਜਟ ਜਿਹੜਾ ਹੋਏਗਾ, ਉਹਨਾਂ ਨੇ ਅੰਗਰੇਜ਼ੀ ਚ ਕਿਹਾ ਨੈਵਰ ਲਾਈਕ ਬਜਟ, ਅੱਜ ਤੱਕ ਇਹੋ ਜਿਹਾ ਬਜਟ ਨਹੀਂ ਹੋਏਗਾ। ਉਹਦੇ 2 ਦਿਨ ਬਾਅਦ ਹੀ ਪ੍ਰਧਾਨ ਮੰਤਰੀ ਜੀ ਦੀ ਆਵਾਜ਼ ਆ ਗਈ, ਉਹਨਾਂ ਨੇ ਕਿਹਾ ਵੀ ਨਹੀਂ, ਐਤਕੀ ਦਾ ਜਿਹੜਾ ਬਜਟ ਹੋਏਗਾ ਇਹ ਵੀ ਜਿੱਦਾਂ ਅਸੀਂ 3-4 ਸਟਿਮੂਲਸ ਪੈਕੇਜ ਦਿੱਤੇ ਹੈ ਪਹਿਲਾਂ, ਉਦਾਂ ਦਾ ਇੱਕ ਹੁੰਗਾਰਾ ਦੇਣ ਵਾਲਾ ਬਜਟ ਹੋਏਗਾ। ਤਾਂ ਉੱਥੋਂ ਪਤਾ ਲੱਗ ਰਿਹਾ ਸੀਗਾ ਵੀ ਇਹਨਾਂ ਦੋਨਾਂ ਦੀ ਕਥਨੀ ਕਰਨੀ ਦੇ ਵਿੱਚ ਫਰਕ ਹੈ ਜੀ। ਤੇ ਆਹ ਮੈਨੂੰ ਲੱਗਦਾ ਵੀ ਜਿਹੜੀ ਖਾਸ ਚੀਜ਼ ਹੈ ਨਾ ਜੀ, ਉਹ ਤਾਂ ਉੱਥੋਂ ਹੀ ਪਤਾ ਲੱਗ ਗਈ ਸੀ ਵੀ ਬਹੁਤਾ ਜ਼ਿਆਦਾ ਬਜਟ ਦੇ ਵਿੱਚੋਂ ਉਮੀਦ ਰੱਖਣ ਦੀ ਲੋੜ ਨਹੀਂ ਹੈਗੀ, ਸਰਕਾਰ ਪਹਿਲਾਂ ਹੀ ਟੁੱਟੀ ਹੋਈ ਸੀ ਜੀ।
ਜੇਕਰ ਆਪਾਂ ਖੋਸਲਾ ਸਾਹਿਬ ਗੱਲ ਕਰੀਏ ਆਮ ਜਨਤਾ ਦੀ, ਕਿਉਂਕਿ ਜਦੋਂ ਵੀ ਬਜਟ ਪੇਸ਼ ਹੁੰਦਾ ਭਾਵੇਂ ਉਹ ਪੰਜਾਬ ਸਰਕਾਰ ਦਾ ਹੋਵੇ, ਕਿਸੇ ਵੀ ਹੋਰ ਸੂਬੇ ਦੀ ਸਰਕਾਰ ਦਾ ਹੋਵੇ, ਭਾਵੇਂ ਕੇਂਦਰ ਦਾ ਹੋਵੇ, ਤਾਂ ਉਹਦੇ ਵਿੱਚ ਆਮ ਜਨਤਾ ਨੂੰ ਬਹੁਤ ਉਮੀਦ ਹੁੰਦੀ ਆ ਵੀ ਇਸ ਵਾਰ ਸਾਨੂੰ ਕੋਈ ਰਿਆਇਤ ਮਿਲੇਗੀ, ਕੁਝ ਵੱਖਰਾ ਹੋਏਗਾ, ਸਾਡੇ ਲਈ ਕੁਝ ਸਕੀਮਾਂ ਹੋਣਗੀਆਂ। ਇਸ ਵਾਰ ਜੋ ਕੇਂਦਰ ਨੇ ਬਜਟ ਪੇਸ਼ ਕੀਤਾ, ਕੋਈ ਆਮ ਲੋਕਾਂ ਨੂੰ ਰਿਆਇਤ ਮਿਲੀ ਜਾਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਨਪੀੜੇ ਜਾਣਗੇ ਜੀ? ਲੋਕਾਂ ਦੇ ਲਈ, ਆਮ ਜਨਤਾ ਦੇ ਲਈ ਇਸ ਬਜਟ ਦੇ ਵਿੱਚ ਕੱਖ ਵੀ ਨਹੀਂ ਹੈਗਾ, ਕੁਛ ਨਹੀਂ ਦਿੱਤਾ। ਬੜੇ ਹੀ ਮੈਨੂੰ ਦੁਖੀ ਮਨ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਵੀ ਜਦੋਂ ਇਹਨੂੰ ਐਨਾਲਾਈਜ਼ ਕੀਤਾ, ਮੈਂ ਆਪਣੀ ਸਮਝ ਦੇ ਹਿਸਾਬ ਨਾਲ ਜਦੋਂ ਮੈਂ ਇਹਨੂੰ ਐਨਾਲਾਈਜ਼ ਕਰ ਰਿਹਾ ਸੀਗਾ, ਜਦੋਂ ਮੈਂ ਇਹਦਾ ਵਿਸ਼ਲੇਸ਼ਣ ਕਰ ਰਿਹਾ ਸੀਗਾ, ਤਾਂ ਮੈਨੂੰ ਏਦਾਂ ਲੱਗਿਆ ਵੀ ਇਹ ਬਜਟ ਜਿਹੜਾ ਸਰਕਾਰ ਐ ਸਹੁੰ ਚੱਕ ਕੇ ਆਈ ਹੈ ਵੀ ਅਸੀਂ ਤਾਂ ਸਾਰਾ ਕੁਛ ਵੇਚ ਵੱਟ ਲੈਣਾ। ਦੇਖੋ, ਜੇ ਬਹੁਤਾ ਜ਼ਿਆਦਾ ਤਾਂ ਮੈਂ ਅੰਕੜਿਆਂ 'ਚ ਨਹੀਂ ਜਾਂਦਾ, ਥੋੜਾ ਜੇ ਆਪਾਂ ਗੱਲ ਕਰੀਏ ਨਾ ਵੀ ਇਸ ਚੀਜ਼ ਨੂੰ ਦੇਖੋ ਵੀ ਪਿਛਲਾ ਬਜਟ ਜਿਹੜਾ ਸੀ 30,42,000 ਕਰੋੜ ਰੁਪਏ ਦਾ ਸਰਕਾਰ ਨੇ ਰੱਖਿਆ ਸੀ 2020-21 ਚ, ਜਦਕਿ ਜਿਹੜਾ ਸਰਕਾਰ ਦਾ ਖਰਚਾ ਹੋਇਆ ਉਹ 34,83,000 ਕਰੋੜ ਰੁਪਇਆ ਹੋ ਰਿਹਾ, ਜੋ ਸਰਕਾਰ ਐਤਕੀ ਬਜਟ ਦੇ ਵਿੱਚ ਦੱਸਿਆ ਜੋ ਮੈਡਮ ਨੇ, ਵਿੱਤ ਮੰਤਰੀ ਨੇ। ਤੇ 34,50 ਤੋਂ ਹੁਣ ਜਿਹੜਾ ਐਤਕੀ 2021-22 ਦੇ ਲਈ ਬਜਟ ਮਿੱਥਿਆ, ਉਹ ਤਾਂ ਸਾਰਾ 34,83 ਮਿੱਥਿਆ, ਤਾਂ ਉਹਦੇ ਤਾਂ ਸਾਰਾ 33,000 ਕਰੋੜ ਰੁਪਇਆ ਹੋਰ ਪਾਇਆ ਸਰਕਾਰ ਨੇ ਜੀ। ਦੇਖੋ ਨਾ, 30-42 ਦਾ ਬਜਟ ਪਿਛਲੇ ਵਾਰੀ ਰੱਖਿਆ, 30,42,000 ਕਰੋੜ ਦਾ ਜਿਹੜਾ ਖਰਚਾ ਹੋਇਆ 34,83,000 ਕਰੋੜ ਰੁਪਈਆ, ਜੋ ਸਰਕਾਰ ਕਹਿ ਰਹੀ ਹੈ। ਹਜੇ ਸ਼ੱਕ ਹੈ ਵੀ ਇਹ ਖਰਚਾ ਹੋਇਆ ਕਿੱਥੇ ਹੈ, ਹਜੇ ਉਸ ਨੂੰ ਲੈ ਕੇ ਤਾਂ ਉਹ ਇੱਕ ਅਲੱਗ ਚਰਚਾ ਦਾ ਵਿਸ਼ਾ ਵੀ ਉਹ ਖਰਚਾ ਹੋਇਆ ਕਿੱਥੇ ਹੈ, ਕਿਉਂਕਿ ਆਮ ਜਨਤਾ ਤੱਕ ਤਾਂ ਪਹੁੰਚਿਆ ਨਹੀਂ ਉਹ। ਤੇ ਫਿਰ ਐਤਕੀ ਦਾ ਜਿਹੜਾ ਬਜਟ ਆਇਆ ਉਹ ਸਰਕਾਰ ਨੇ 34,83,000 ਕਰੋੜ ਦੀ ਗੱਲ ਕਹੀ ਹੈ, ਤੇ ਇਸ ਹਿਸਾਬ ਨਾਲ ਤਾਂ ਸਾਰਾ 33,000 ਕਰੋੜ ਰੁਪਈਆ ਲੋਕਾਂ ਵਾਸਤੇ ਰੱਖਿਆ। ਇੱਕ ਚੀਜ਼। ਹੁਣ ਦੂਜੀ ਚੀਜ਼ ਜਿਹੜੀ ਹੈ ਇਸੇ ਦੇ ਵਿੱਚ ਵੀ ਇਹ ਜਦੋਂ ਅਸੀਂ ਇਹਨੂੰ ਦੇਖਦੇ ਨਾ, ਇਹਦੇ ਚ ਜ਼ਿਆਦਾਤਰ ਜਿਹੜਾ ਖਰਚਾ ਸਰਕਾਰ ਦਾ ਉਹ ਤਾਂ ਪੈਨਸ਼ਨਾਂ, ਤਨਖਾਹਾਂ, ਜਿਹੜੇ ਪੁਰਾਣੇ ਲੋਨ ਲਿੱਤੇ ਹੋਏ ਹੈ ਉਹਨਾਂ ਦੇ ਵਿੱਚ ਹੀ ਉਹਨਾਂ ਦੇ ਵਿਆਜ ਦੇਣ ਚ ਨਿਕਲ ਜਾਣਾ। ਤਾਂ ਆਮ ਆਦਮੀ ਨੂੰ ਤਾਂ ਕੋਈ ਕੰਮ, ਕੋਈ ਰਿਆਇਤ ਮਿਲੂਗੀ, ਕੋਈ ਨੌਕਰੀਆਂ ਮਿਲਣਗੀਆਂ, ਰਿਆਇਤ ਮਿਲੇਗੀ ਜੇ ਸਰਕਾਰ ਦੀ ਮਸ਼ੀਨਰੀ ਚੱਲੇਗੀ, ਸਰਕਾਰ ਕੋਲੇ ਪੈਸਾ ਆਊਗਾ। 5,54,000 ਕਰੋੜ ਰੁਪਈਆ ਸਿਰਫ ਸਰਕਾਰ ਨੇ 35 ਲੱਖ ਕਰੋੜ ਦਾ ਜਿਹੜਾ ਤਕਰੀਬਨ ਬਜਟ ਹੈ 34-83 ਦਾ, ਉਹਦੇ ਚੋਂ ਸਿਰਫ 5.5 ਲੱਖ ਕਰੋੜ ਰੁਪਈਆ ਜਿਹੜਾ ਸਰਕਾਰ ਨੇ ਨਿਵੇਸ਼ ਕਰਨਾ ਹੈ, ਜਿਹਦੇ ਚੋਂ ਸਰਕਾਰ ਨੇ ਨੌਕਰੀਆਂ ਦੇਣੀਆਂ, ਜਿਹੜਾ ਲੋਕਾਂ ਦੀ ਭਲਾਈ ਉੱਤੇ ਖਰਚ ਕਰਨਾ। ਬਾਕੀ ਤਾਂ ਸਾਰਾ ਜਿਹੜਾ ਖਰਚਾ ਹੈ 29 ਲੱਖ ਕਰੋੜ ਦਾ ਜਿਹੜਾ ਤਕਰੀਬਨ ਖਰਚਾ ਹੈ, ਉਹ ਤਾਂ ਸਾਰਾ ਉਹਦੇ ਚ ਵਿਆਜ ਦੇ ਵਿੱਚ ਨਿਕਲ ਜਾਣਾ, ਤਨਖਾਹਾਂ ਪੈਨਸ਼ਨਾਂ ਚ ਨਿਕਲ ਜਾਣਾ। ਤਾਂ ਇਸ ਕਰਕੇ ਆਮ ਆਦਮੀ ਨੂੰ ਬਹੁਤਾ ਉਮੀਦ ਰੱਖਣ ਦੀ ਲੋੜ ਹੈ ਨਹੀਂ, ਇਹਦੇ ਚੋਂ ਕੁਛ ਨਹੀਂ ਲੱਭਿਆ। ਦੂਜੀ ਚੀਜ਼ ਹੈ ਵੀ ਸਰਕਾਰ ਨੇ ਜਿਹੜਾ ਸੈਸ ਹੈ ਉਹ ਲਾਤਾ ਉਲਟਾ, ਜਿਹਦੇ ਨਾਲ ਤੇਲ ਤੇ ਡੀਜ਼ਲ, ਅੱਜ ਤਾਂ ਭਾਵੇਂ ਨਹੀਂ ਉਹਦੇ ਰੇਟ ਵਧੇ ਤੇਲ ਡੀਜ਼ਲ ਦੇ, ਸਰਕਾਰ ਨੇ ਆਬਕਾਰੀ ਡਿਊਟੀ ਦੂਜੇ ਪਾਸਿਓਂ ਘਟਾ ਦਿੱਤੀ, ਪਰ ਕੱਲ ਨੂੰ ਜਦੋਂ ਕੌਮਾਂਤਰੀ ਪੱਧਰ ਦੇ ਉੱਤੇ ਕੀਮਤਾਂ ਵਧਣਗੀਆਂ, ਜਿੱਦਾਂ ਅਸੀਂ ਦੇਖ ਰਹੇ ਹਾਂ ਸਾਊਦੀ ਅਰਬ ਵੱਲ, ਜਾਂ ਜਿੱਦਾਂ ਬਾਕੀ ਦੇਸ਼ਾਂ ਦੇ ਵਿੱਚ ਪੈਟਰੋਲ ਦੀ ਖਪਤ ਜਾਂ ਤੇਲ ਦੀ ਖਪਤ ਜ਼ਿਆਦਾ ਹੋਏਗੀ, ਡੀਜ਼ਲ ਦੀ ਖਪਤ ਜ਼ਿਆਦਾ ਹੋਏਗੀ, ਉਹਦੇ ਰੇਟ ਵਧਣਗੇ। ਬਿਲਕੁਲ ਜੀ। ਤਾਂ ਉਹ ਜਿਹੜੀਆਂ ਇਹ ਆਬਕਾਰੀ ਡਿਊਟੀ ਸਰਕਾਰ ਨੇ, ਜਿਹੜੀਆਂ ਸਾਡੀਆਂ ਆਇਲ ਵਾਲੀਆਂ ਕੰਪਨੀਜ਼ ਨੇ, ਤੇਲ ਦੀਆਂ ਕੰਪਨੀਜ਼ ਨੇ, ਉਹਨਾਂ ਦੇ ਉੱਤੇ ਜੇ ਲਾਈ ਵੀ ਹੈ ਤਾਂ ਉਹ ਲੋਕਾਂ ਨੂੰ ਦੇਣਗੀਆਂ, ਹੌਲੀ ਹੌਲੀ ਉਹਨਾਂ ਨੇ ਲੋਕਾਂ ਦੇ ਪਾਸ ਔਨ ਕਰ ਦੇਣੀ ਹੈ। ਉਹ ਆਪ ਥੋੜਾ ਜੀ, ਉਹ ਆਪ ਨਹੀਂ ਨੁਕਸਾਨ ਦੇ ਵਿੱਚ ਰਹਿਣਗੀਆਂ। ਅਲਟੀਮੇਟਲੀ ਲੋਕਾਂ ਨੂੰ ਮਾਰ ਪੈਣੀ ਹੈ ਇਸ ਚੀਜ਼ ਦੀ। ਇਹ ਸਿਰਫ ਅੱਖੀਂ ਖੱਟਾ ਪਾਇਆ ਇਹ ਕਹਿ ਕੇ ਕਿ ਅਸੀਂ ਬਹੁਤ ਲੋਕਾਂ ਦੀ ਮਦਦ ਕਰਤੀ, ਲੋਕਾਂ ਦੀ ਕਿਸੇ ਤਰੀਕੇ ਨਾਲ ਕੋਈ ਮਦਦ ਨਹੀਂ ਹੋਈ ਹੈ ਜੀ। ਬਿਲਕੁਲ, ਤੁਸੀਂ ਤੇਲ ਦੀ ਗੱਲ ਕੀਤੀ। ਵੈਸੇ ਡਾਕਟਰ ਸਾਹਿਬ, ਅੱਜ ਲਗਾਤਾਰ 5ਵਾਂ ਦਿਨ ਹੈ ਜੀ ਪੈਟਰੋਲ ਦੀਆਂ, ਡੀਜ਼ਲ ਦੀਆਂ ਕੀਮਤਾਂ ਵਧਦਿਆਂ ਨੂੰ। ਆਮ ਲੋਕਾਂ ਦਾ ਕਚੂਮਰ ਕੱਢਿਆ ਪਿਆ ਤੇਲ ਦੀਆਂ ਕੀਮਤਾਂ ਨੇ ਜੀ। ਇਹ ਹੋਰ ਹੋਣਾ ਜੀ, ਹਜੇ 100 ਰੁਪਏ ਤੇ ਇਸ ਵੇਲੇ ਜਿਹੜਾ ਸਾਨੂੰ ਲੱਗਦਾ ਵੀ ਵਿਸ਼ਲੇਸ਼ਣ ਜਿਹੜੇ ਆ ਰਹੇ ਹੈ ਮਾਹਰਾਂ ਦੇ, ਉਹ ਇਹੀ ਗੱਲ ਕਰ ਰਹੇ ਨੇ ਵੀ ਜਿਹੜਾ ਤੇਲ ਹੈ ਇਹ 100 ਦੇ ਪਾਰ ਜਾ ਸਕਦਾ ਇਸ ਵੇਲੇ। ਡਾਕਟਰ ਸਾਹਿਬ, ਡਰਾਓ ਨਾ ਜੀ ਸਾਨੂੰ ਤੁਸੀਂ, ਹਲੇ ਆਪਾਂ ਹੋਰ ਚਰਚਾ ਕਰਨੀ ਹੈ, ਤੁਸੀਂ ਤੇਲ ਦੀਆਂ ਕੀਮਤਾਂ ਤੇ ਡਰਾਓ ਨਾ ਸਾਨੂੰ ਜੀ। ਤੇ ਥੋੜਾ ਮੈਂ ਹੋਰ ਅੱਗੇ ਚੱਲਦਾ। ਡਾਕਟਰ ਸਾਹਿਬ, ਇਸ ਬਜਟ ਦੇ ਵਿੱਚ ਸਾਨੂੰ ਇੱਕ ਹੋਰ ਸ਼ਬਦ ਸੁਣਨ ਨੂੰ ਮਿਲਿਆ, ਉਹ ਹੈ ਬੈਡ ਬੈਂਕ। ਇਹ ਕੀ ਚੀਜ਼ ਆ, ਕੀ ਸ਼ੈ ਆ, ਕੀ ਫਾਇਦਾ ਹੋਏ, ਇਹਨੂੰ ਕੀ ਨੁਕਸਾਨ ਹੋਊਗਾ ਸਾਨੂੰ ਇਹਦਾ? ਦੇਖੋ ਜੀ,
ਜੀ ਬੈਡ ਬੈਂਕ, ਜਿਹੜਾ ਬੈਡ ਦਾ ਮਤਲਬ ਹੈ ਮਾੜਾ ਬੈਂਕ, ਬੇਸਿਕਲੀ ਜਿਹੜਾ ਜਦੋਂ ਅਸੀਂ ਮੁੱਢਲੇ ਤੌਰ ਤੇ ਦੇਖਦੇ ਹਾਂ ਵੀ ਬੈਡ ਮਤਲਬ ਮਾੜਾ, ਇੱਕ ਮਾੜਾ ਬੈਂਕ ਹੈ। ਹੋਇਆ ਕੀ ਹੈ ਕਿ ਸਰਕਾਰ ਨੇ ਜਿਹੜੀਆਂ ਸਕੀਮਾਂ ਦਿੱਤੀਆਂ, ਜਿਹੜਾ ਇਹ 20 ਲੱਖ ਕਰੋੜ ਤੋਂ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਨਾ, ਜਿਹੜਾ 20 ਲੱਖ ਕਰੋੜ ਰੁਪਈਆ ਸਰਕਾਰ ਨੇ ਦਿੱਤਾ ਉਹ ਲੋਕਾਂ ਦੀਆਂ ਜੇਬਾਂ 'ਚ ਨਹੀਂ ਪਾਇਆ। ਉਹ ਤਾਂ ਸਰਕਾਰ ਨੇ ਜਿਹੜਾ ਜੋ ਕੋ ਅੱਗੇ ਪਿੱਛੇ ਕਰਨਾ ਸੀ, ਜੋ ਪੈਸੇ ਬਾਅਦ 'ਚ ਦੇਣੇ ਸੀ ਉਹ ਗਾਂਹ ਕਰਤੇ, ਤੇ ਜਿੱਦਾਂ PM ਕਿਸਾਨ ਦੇ ਪੈਸੇ ਜਿਹੜੇ ਸੀਗੇ ਉਹ ਦਸੰਬਰ 'ਚ ਦੇਣੇ ਹੋਣ ਅਗਸਤ 'ਚ ਕਰ ਦੇਣ, ਏਦਾਂ ਦੀਆਂ ਸ਼ਰਾਰਤਾਂ ਕੀਤੀਆਂ ਹੋਈਆਂ, ਚਲਾਕੀਆਂ ਹੇਰਾ ਫੇਰੀਆਂ ਨੇ। ਉਹਦੇ ਕਰਕੇ ਜ਼ਿਆਦਾਤਰ ਉਹਦਾ ਜਿਹੜਾ ਹਿੱਸਾ ਹੈ 8 ਲੱਖ ਕਰੋੜ ਰੁਪਈਆ ਤਾਂ ਉਹਦੇ ਚੋਂ ਜਿਹੜਾ ਵਿਆਜ ਦੇ ਤੌਰ ਤੇ ਸਰਕਾਰ ਲੋਕਾਂ ਨੂੰ ਦੇਣ ਦੀ ਗੱਲ ਕਰਦੀ ਹੈ, ਭਾਵੇਂ ਉਹ ਰਿਜ਼ਰਵ ਬੈਂਕ ਦੀ ਗੱਲ ਕਰਦੇ, ਕੇਂਦਰੀ ਬੈਂਕ ਦੀ, ਭਾਵੇਂ ਸਰਕਾਰ ਜਿਹੜੇ ਬੈਂਕਾਂ ਨੇ ਉਹਨਾਂ ਦੇ ਥਰੂ ਲੋਕਾਂ ਤੱਕ। ਹੁਣ ਹੋਇਆ ਕੀ ਹੈ ਕਿ ਰਿਜ਼ਰਵ ਬੈਂਕ ਦੀ ਇੱਕ ਰਿਪੋਰਟ ਆਉਂਦੀ ਹੈ, ਰਿਪੋਰਟ ਕਹਿੰਦੀ ਹੈ ਵੀ 16% ਸਰਕਾਰ ਦੇ ਜਿਹੜੇ ਸਰਕਾਰੀ ਸਾਡੇ ਜਨਤਕ ਖੇਤਰ ਦੇ ਬੈਂਕ ਨੇ, ਇਹਨਾਂ ਨੂੰ 16% ਦਾ ਨੌਨ ਪਰਫਾਰਮਿੰਗ ਐਸੈਟ ਹੋ ਜਾਣਾ, ਵੀ ਲੋਕਾਂ ਨੇ ਇਹਨਾਂ ਦੇ ਪੈਸੇ ਮਾਰ ਲੈਣੇ ਹੈ। ਯਾਨੀ ਜੇ 100 ਰੁਪਈਆ ਲੋਨ ਦਿੱਤਾ ਹੈ, ਕਰਜ਼ਾ ਦਿੱਤਾ, ਉਹ ਚੋਂ 84 ਮੁੜਨਾ, 16-17 ਰੁਪਈਏ ਤਾਂ ਮੁੜਨੇ ਹੀ ਨਹੀਂ ਹੈਗੇ ਉਹਦੇ ਚੋਂ। ਸਰਕਾਰ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ। ਹਜੇ ਤੱਕ ਕੀ ਹੋਇਆ, ਜਿਹੜੀ ਸਰਕਾਰ ਨੇ ਇੱਕ ਜਦੋਂ ਮੈਂ ਦੱਸਿਆ ਵੀ ਜਿਹੜੀਆਂ ਸਕੀਮਾਂ ਘੜੀਆਂ ਸੀਗੀਆਂ 20 ਲੱਖ ਕਰੋੜ ਦੀ, ਉਹਦੇ ਚ ਇੱਕ ਸਕੀਮ ਲਿਆਂਦੀ ਸੀ ਪ੍ਰਾਈਮ ਮਿਨਿਸਟਰ ਸਵਨਿਧੀ ਯੋਜਨਾ, ਏਦਾਂ ਇੱਕ ਸਕੀਮ ਲਿਆਂਦੀ ਹੈ PM ਮੁਦਰਾ ਯੋਜਨਾ। ਦੇਖੋ ਇਸ ਸਵਨਿਧੀ ਦੇ ਵਿੱਚ ਸਰਕਾਰ ਕਿੰਨੇ ਪੈਸੇ ਦੇ ਰਹੀ ਹੈ, 10,000 ਰੁਪਇਆ ਰੇਹੜੀ ਪਟੜੀ ਵਾਲੇ ਨੂੰ ਦੇ ਰਹੀ ਹੈ। ਮੁਦਰਾ ਸਕੀਮ ਦੇ ਵਿੱਚ 50,000 ਰੁਪਇਆ। ਹੁਣ ਤੁਸੀਂ ਮੈਨੂੰ ਦੱਸੋ 10,000 ਦੇ ਵਿੱਚ ਕਿਹੜਾ ਕਾਰੋਬਾਰ ਸ਼ੁਰੂ ਹੁੰਦਾ? ਬਿਲਕੁਲ, ਉਹ ਤਾਂ ਲੋਕਾਂ ਨੇ ਖਾ ਪੀ ਲਿਆ, ਕਿਸੇ ਨੇ ਮੋਬਾਈਲ ਲੈ ਲਿਆ, ਕਿਸੇ ਨੇ ਗੱਡੀ ਤੇਲ ਪਵਾ ਲਿਆ, ਉਹ ਤਾਂ ਤੁਰਦਾ ਬਣਿਆ ਬੰਦਾ ਇੱਥੇ, ਉਹ ਪੈਸਾ ਜਿਹੜਾ ਹੈ ਬੈਂਕਾਂ ਦੇ ਖਾਤਿਆਂ ਦੇ ਵਿੱਚ ਚਮਕ ਰਿਹਾ ਵੀ ਇਹ ਪੈਸਾ ਵਾਪਸ ਨਹੀਂ ਮੁੜਨਾ, ਜਿਹਦੇ ਕਰਕੇ ਬੈਂਕਾਂ ਦੇ ਨੌਨ ਪਰਫਾਰਮਿੰਗ ਐਸੈਟ ਜਿਹੜੇ ਨੇ ਉਹ ਵਧਨੇ ਆ। ਸਰਕਾਰ ਨੂੰ ਇਹ ਚੀਜ਼ ਨਜ਼ਰ ਆਉਂਦੀ ਹੈ ਵੀ 31 ਮਾਰਚ ਤੱਕ ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਹਜੇ ਤੱਕ ਕੋਈ ਐਕਸ਼ਨ ਨਹੀਂ ਲੈਣਾ ਕਿਸੇ ਤੇ ਵੀ। ਤਾਂ 31 ਮਾਰਚ ਤੋਂ ਬਾਅਦ ਇਹ ਜਦੋਂ ਨੌਨ ਪਰਫਾਰਮਿੰਗ ਐਸੈਟ ਵਾਲਾ ਮੁੱਦਾ ਭਖੇਗਾ, ਸਰਕਾਰ ਨੇ ਉਹਦਾ ਹੀਲਾ ਕੀਤਾ, ਬੈਡ ਬੈਂਕ, ਇੱਕ ਮਾੜਾ ਬੈਂਕ ਏਦਾਂ ਦਾ ਸਰਕਾਰ ਕਹਿ ਰਹੀ ਹੈ ਵੀ ਅਸੀਂ ਕ੍ਰੀਏਟ ਕਰਾਂਗੇ। ਹਾਲਾਂਕਿ ਸਰਕਾਰ ਡਾਇਰੈਕਟਲੀ ਉਹਦੇ ਚ ਪੈਸਾ ਨਹੀਂ ਪਾ ਰਹੀ, ਪਰ ਸਾਰੇ ਬੈਂਕਾਂ ਦਾ, ਭਾਵੇਂ ਉਹ ਨਿੱਜੀ ਖੇਤਰ ਦੇ ਬੈਂਕ ਨੇ, ਭਾਵੇਂ ਉਹ ਜਨਤਕ ਖੇਤਰ ਦੇ ਬੈਂਕ ਨੇ, ਇਹਨਾਂ ਸਾਰੇ ਬੈਂਕਾਂ ਦਾ ਜਿਹੜੇ ਨੌਨ ਪਰਫਾਰਮਿੰਗ ਐਸੈਟ ਹੈ, ਜਿਹੜਾ ਪੈਸਾ ਇਹਨਾਂ ਨੂੰ ਲੱਗਦਾ ਵੀ ਮਾਰਿਆ ਜਾਣਾ, ਉਹ ਸਾਰਾ ਉਹਨਾਂ ਦੇ ਉਸ ਬੈਂਕ ਚ ਪਾ ਦੇਣਾ। ਉਹ ਕਿਹੜੇ ਆਦਮੀ ਤੇ ਕਿਹੜੀ ਕਾਰਵਾਈ ਕਰਨੀ ਹੈ, ਪੈਸਾ ਕਿੰਨਾ ਲੈਣਾ ਹੈ, ਕਿੱਥੋਂ ਲੈਣਾ ਹੈ, ਕਿੱਦਾਂ ਰਿਕਵਰੀ ਕਰਾਉਣੀ ਹੈ ਪੈਸੇ ਦੀ, ਇਹ ਸਾਰਾ ਕੰਮ ਜਿਹੜਾ ਹੋਏਗਾ ਬੈਡ ਬੈਂਕ ਦਾ ਹੋਏਗਾ। ਤਾਂ ਇਹ ਹੈ ਬੈਡ ਬੈਂਕ ਦਾ। ਹੁਣ ਸਮੱਸਿਆ ਇੱਥੇ ਇਹ ਨਹੀਂ ਹੈ ਕਿ ਬੈਡ ਬੈਂਕ ਕਿਉਂ ਬਣਾਇਆ ਜਾ ਰਿਹਾ, ਸਮੱਸਿਆ ਤਾਂ ਇਹ ਜੇ ਬੈਡ ਬੈਂਕ ਹੀ ਬੈਡ ਹੋ ਗਿਆ। ਬੈਡ ਬੈਂਕ ਦੀ ਜੇ ਹੁਣ ਇਹੀ ਬੈਂਕ ਜਿਹੜਾ ਹੈ, ਇਹ ਮੰਨ ਲਓ ਬੈਂਕਾਂ ਦੇ ਸਾਰੇ ਅਸੀਂ ਇਹਦੇ ਚ ਨੌਨ ਪਰਫਾਰਮਿੰਗ ਐਸੈਟ ਪਾ ਦਿੰਦੇ ਆ, ਠੀਕ ਹੈ ਜੀ। ਹੁਣ ਜੇ ਉਹ 10 ਲੱਖ ਕਰੋੜ ਦੇ ਬਣਦੇ, 15 ਦੇ ਲੱਖ ਕਰੋੜ ਦੇ ਬਣਦੇ, 20 ਲੱਖ ਕਰੋੜ ਦੇ ਬਣਦੇ, ਜਿੰਨਾ ਵੀ ਅਮਾਊਂਟ ਹੈ, ਜੇ ਉਹ ਸਾਰੀ ਰਕਮ ਇਸ ਬੈਂਕ ਦੇ ਵਿੱਚ ਆ ਜਾਂਦੀ, ਕੱਲ ਨੂੰ ਇਸ ਬੈਂਕ ਨੂੰ ਕੌਣ ਬਚਾਊਗਾ? ਤਾਂ ਇਹਦਾ ਸਭ ਤੋਂ ਵੱਡਾ ਖਦਸ਼ਾ ਤਾਂ ਇਹੀ ਨਿਕਲਦਾ। ਦੂਜਾ ਜਿਹੜਾ ਇਹਦੇ ਚ ਆਉਂਦਾ ਉਹ ਵੀ ਜਦੋਂ ਇਹ ਬੈਂਕ ਸੈਟਲਮੈਂਟ ਕਰਵਾਏਗਾ, ਇਹ ਹੈ ਕਿ ਇੱਕ ਮੰਨ ਲਓ ਕਿਸੇ ਬੰਦੇ ਨੇ ਪੰਜਾਬ ਨੈਸ਼ਨਲ ਬੈਂਕ ਚੋਂ ਲੋਨ ਲਿੱਤਾ ਔਰ ਉਹ ਮੁੱਕਰ ਜਾਂਦਾ ਕਿ ਮੇਰੇ ਤੋਂ ਲੋਨ ਨਹੀਂ ਜੀ ਦਿੱਤਾ ਜਾਣਾ, ਮੇਰੇ ਤੋਂ ਵਿਆਜ ਜਿਹੜਾ ਨਹੀਂ ਦਿੱਤਾ ਜਾ ਰਿਹਾ, ਪੈਸੇ ਨਹੀਂ ਮੋੜੇ ਜਾਂਦੇ, ਤਾਂ ਉਹ ਬੈਡ ਬੈਂਕ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਉਹਦਾ ਕੇਸ ਲੈ ਜਾਂਦਾ। ਹੁਣ ਜਿਹੜਾ ਬੈਡ ਬੈਂਕ ਹੈ ਉਹਦੇ ਚੋਂ ਰਿਕਵਰੀ ਕਿੰਨੀ ਕਰਾਉਂਦਾ? ਉਹਦੇ ਚ 100 ਰੁਪਏ ਦਾ ਲੋਨ ਹੈ, ਉਹਦੇ ਚੋਂ 100 ਰੁਪਏ ਦੇ ਵਿੱਚੋਂ 50 ਦੀ ਰਿਕਵਰੀ ਕਰਦਾ, 40 ਦੀ ਕਰਦਾ, 10 ਦੀ ਕਰਦਾ, 90 ਦੀ ਕਰਦਾ, ਔਰ ਉਹ ਕਿਹੜੀ ਟਰਮਸ ਐਂਡ ਕੰਡੀਸ਼ਨਸ ਤੇ ਕਰਦਾ ਅੱਗੇ, ਉਹਦੇ ਨਾਲ ਕਿਤੇ ਭ੍ਰਿਸ਼ਟਾਚਾਰ ਤਾਂ ਨਹੀਂ ਵੱਧਦਾ? ਇਹ ਵੀ ਇੱਕ ਖਦਸ਼ਾ ਇਹਦੇ ਨਾਲ ਹੈ। ਜੀ, ਕਹਿ ਸਕਦੇ ਹਾਂ ਕਿ ਆਉਣ ਵਾਲਾ ਸਮਾਂ ਜੋ ਹੈ ਆਮ ਆਦਮੀ ਲਈ ਬੈਡ ਬੈਂਕ ਦੇ ਜ਼ਰੀਏ, ਜੇਕਰ ਆਪਾਂ ਗੱਲ ਕਰੀਏ ਉਸ ਸੰਦਰਭ ਦੇ ਵਿੱਚ, ਤਾਂ ਸੌਖਾ ਨਹੀਂ ਹੈ ਲੋਨ ਵਗੈਰਾ ਲੈਣਾ ਵੀ। ਜੀ ਡਾਕਟਰ ਸਾਹਿਬ। ਜੀ ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਇੱਕ ਜਦੋਂ ਜਿਸ ਵੇਲੇ ਹੁਣ ਸਰਕਾਰ ਨੇ ਬਜਟ ਪੇਸ਼ ਕੀਤਾ ਤਾਂ ਸਟਾਕ ਮਾਰਕੀਟ ਤੇ ਜੇਕਰ ਆਪਾਂ ਨਜ਼ਰ ਮਾਰੀਏ ਤਾਂ ਉਹ ਸਿਖਰਾਂ ਤੇ ਆ। ਇਹੋ ਜਿਹੇ ਸਮੇਂ ਦੇ ਵਿੱਚ ਆਮ ਲੋਕਾਂ ਨਾਲ ਇਸ ਦਾ ਕੋਈ ਸਰੋਕਾਰ ਹੈ ਜਾਂ ਨਹੀਂ? ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਜੀ, ਤੁਸੀਂ ਏਦਾਂ ਦਾ ਸਵਾਲ ਪੁੱਛਿਆ, ਕਿਉਂਕਿ ਆਮ ਇਹ ਸਵਾਲ ਪੁੱਛਿਆ ਹੀ ਨਹੀਂ ਜਾ ਰਿਹਾ ਕਿਤੇ। ਔਰ
ਜਿਹੜੀ ਜਨਤਾ ਹੈ, ਖਾਸ ਕਰਕੇ ਜਿਹੜੇ ਅਰਥਚਾਰੇ ਨੂੰ ਨਹੀਂ ਸਮਝਦੇ, ਉਹਨਾਂ ਦੇ ਲਈ ਬੜਾ ਔਖਾ ਹੋ ਜਾਂਦਾ ਵੀ ਇਹ ਕਿੱਦਾਂ ਹੋ ਰਿਹਾ, ਵੀ ਸਟਾਕ ਮਾਰਕੀਟ ਕਿਵੇਂ ਛਾਲਾ ਮਾਰ ਰਹੀ ਹੈ। ਦਰਅਸਲ ਗੱਲ ਏਦਾਂ ਹੈ ਵੀ ਸਟਾਕ ਮਾਰਕੀਟ ਦੇ ਵਿੱਚ ਹਿੰਦੁਸਤਾਨ 'ਚ ਸਿਰਫ 1% ਨਿਵੇਸ਼ਕ ਨੇ ਜਿਹੜੇ ਪੈਸਾ ਪਾਉਂਦੇ ਜੀ। ਜਦੋਂ ਸਟਾਕ ਮਾਰਕੀਟ ਗਿਰੀ ਸੀ, ਜਦੋਂ ਲੋਕਡਾਊਨ ਹੋਇਆ, ਸਰਕਾਰ ਨੇ ਤਾਲਾਬੰਦੀ ਕੀਤੀ, ਉਦੋਂ ਸਟਾਕ ਮਾਰਕੀਟ ਜਿਹੜੀ ਸੀ 28,000 ਤੇ ਸੈਂਸੈਕਸ ਆ ਕੇ ਗਿਰ ਗਿਆ ਸੀ, ਜਿਹੜਾ ਹੁਣ 50,000 ਤੇ ਚਲਾ ਗਿਆ। ਹੁਣ ਇਹਦਾ ਪਹਿਲਾਂ ਤਾਂ ਇਹਦੇ ਦੋ ਚੀਜ਼ਾਂ ਨੇ। ਪਹਿਲੀ ਚੀਜ਼ ਤਾਂ ਹੈ ਵੀ ਸਰਕਾਰ ਨੂੰ ਉੱਥੋਂ ਟੈਕਸ ਲਾਉਣਾ ਚਾਹੀਦਾ ਸੀ ਇਹਨਾਂ ਲੋਕਾਂ ਦੇ ਉੱਤੇ ਜੀ, ਕਿਉਂਕਿ ਪੈਸਾ ਕਮਾਉਣਾ ਸਰਕਾਰ ਨੇ ਜੇ, ਤਾਂ ਤੁਸੀਂ ਆਮ ਜਨਤਾ ਤੇ ਪੈਸਾ ਲਾਉਣ ਦੀ ਜਗ੍ਹਾ ਤੁਸੀਂ ਸਟਾਕ ਮਾਰਕੀਟ ਤੇ ਕਿਉਂ ਨਹੀਂ ਲਾਉਂਦੇ ਪਏ, ਉਹਨਾਂ ਦੇ ਨਿਵੇਸ਼ਕਾਂ ਤੇ ਲਾਉਂਦੇ। ਦੂਜੀ ਚੀਜ਼, ਸਰਕਾਰ ਨੇ ਸਾਰੀ ਚੀਜ਼ ਨਿੱਜੀ ਖੇਤਰ ਨੂੰ ਦੇ ਦਿੱਤੀ, ਤਾਂ ਨਿੱਜੀ ਖੇਤਰ ਹੁੰਗਾਰਾ ਭਰਦਾ ਉਸ ਚੀਜ਼ ਨੂੰ ਲੈ ਕੇ ਵੀ ਹੁਣ ਤਾਂ ਸਾਰਾ ਆਪਣੇ ਬਾਦਸ਼ਾਹ ਬਣ ਗਏ ਆ ਅਸੀਂ, ਜਿਹੜਾ ਜਨਤਕ ਖੇਤਰ ਸੀ ਉਹ ਤਾਂ ਖਤਮ ਹੁੰਦਾ ਜਾ ਰਿਹਾ। ਸਰਕਾਰ ਨੇ ਸੇਲ ਲਾਈ ਪਈ ਆ ਉਹਨਾਂ ਦੀ। ਤਾਂ ਦੂਜਾ ਕਾਰਨ ਇਹ ਹੈ। ਤੀਜਾ, ਇਹਦੇ ਚ ਇੱਕ ਚੀਜ਼ ਸਾਨੂੰ ਹੋਰ ਜਿਹੜੀ ਸਮਝਣ ਵਾਲੀ ਲੋੜ ਹੈ, ਉਹ ਹੈ ਵੀ ਇਹਦੇ ਚ ਪੈਸਾ ਜਿਹੜਾ ਮੈਂ ਦੱਸਿਆ ਵੀ 1% ਲੋਕ ਹੈ ਜਿਹੜੇ ਪੈਸਾ ਲਾ ਰਹੇ ਆ, ਤਾਂ ਫਿਰ ਇਹ ਪੈਸਾ ਆ ਕਿੱਥੋਂ ਰਿਹਾ? ਇਹ ਪੈਸਾ ਬਾਹਰਲੇ ਲੋਕ ਲਾ ਰਹੇ ਆ। ਅਮਰੀਕਾ, ਕੈਨੇਡਾ ਔਰ ਜਿਹੜਾ ਇੰਗਲੈਂਡ ਵਰਗੇ ਮੁਲਕ ਨੇ, ਜਿਹੜੇ ਅਮੀਰ ਮੁਲਕ ਨੇ, ਉੱਥੇ ਵਿਆਜ ਦੀ ਦਰ ਇਸ ਵੇਲੇ 0% ਹੈ ਜੀ। ਉਹ ਸਿਫਰ ਵਾਲੇ ਲੋਕ ਜਿਹੜੇ ਇੱਥੇ ਲਾਉਂਦੇ ਆ ਪੈਸਾ, ਹਿੰਦੁਸਤਾਨ ਚ ਉੱਥੋਂ ਪੈਸਾ ਕਰਜ਼ਾ ਲੈਂਦੇ ਆ ਹਿੰਦੁਸਤਾਨ ਚ, ਕਿਉਂਕਿ ਸਾਡੇ ਅੰਬਾਨੀ ਸਾਹਿਬ ਦੇ ਜਾਂ ਉਹਨਾਂ ਦੇ ਅਦਾਨੀ ਦੇ ਜਾਂ ਹੋਰ ਕੰਪਨੀਆਂ ਜਿਹੜੀਆਂ ਨੇ, ਬਹੁਤੀਆਂ ਕੰਪਨੀਆਂ ਨਹੀਂ ਹੈ, ਸਾਰੀਆਂ ਕੰਪਨੀਆਂ ਦੇ ਸ਼ੇਅਰ ਨਹੀਂ ਵਧੇ। ਜੇ ਆਪਾਂ ਇਹ ਪੁੱਛੀਏ ਨਾ ਕਿਸੇ ਚੌਕ, ਜਿਹੜਾ ਬੰਦੇ ਨਿਵੇਸ਼ ਕਰਦੇ ਨੇ, ਸਾਡੇ ਕੁਛ ਦੋਸਤ ਨੇ ਮਾਹਰ ਜਿਨ੍ਹਾਂ ਦੇ ਨਾਲ ਗੱਲ ਕੀਤੀ ਹੈ, ਉਹਨਾਂ ਦੇ ਸ਼ੇਅਰ ਨਹੀਂ ਵਧੇ, ਸਾਰਿਆਂ ਨੂੰ ਪੈਸਾ ਨਹੀਂ ਮਿਲ ਰਿਹਾ। ਇਹ ਤਾਂ ਜਿਨ੍ਹਾਂ ਨੇ 2-4 ਕੰਪਨੀਆਂ, 10 ਕੰਪਨੀਆਂ ਦੇ ਵਿੱਚ ਪੈਸਾ ਲਾਇਆ ਹੋਇਆ, ਉਹ ਕੰਪਨੀਆਂ ਨੇ ਜਿਹੜੀਆਂ ਉਹਨਾਂ ਨੂੰ ਪੈਸਾ, ਜਿਹੜੀ ਉਹਨਾਂ ਨੂੰ ਚੰਗੇ ਜਿਹੜੀ ਮੁਨਾਫੇ ਦੇ ਰਹੀਆਂ ਨੇ। ਤਾਂ ਇਹ ਦੂਸਰੀ ਚੀਜ਼ ਹੈ, ਇਹ ਪੈਸਾ ਜਿਹੜਾ ਹੈ ਬਾਹਰੋਂ ਦੀ ਆਇਆ ਹੋਇਆ, ਔਰ ਜਿੱਦਣ ਇਹ ਬਾਹਰ ਨੂੰ ਚਲ ਗਿਆ, ਜਿੱਦਣ ਉੱਥੇ ਵਿਆਜ ਵਧਣੇ ਸ਼ੁਰੂ ਹੋ ਗਏ ਅਮਰੀਕਾ, ਕੈਨੇਡਾ ਦੇ ਵਿੱਚ, ਉਦੋਂ ਸਾਡੇ ਕੋਲ ਆਇਆ ਪੈਸਾ ਵਾਪਸ ਮੁੜ ਜਾਣਾ, ਔਰ ਸਾਡਾ ਜਿਹੜਾ ਇਹ ਇੱਕ ਭਕਾਨਾ ਬਣਿਆ, ਇਹਦੀ ਹਵਾ ਨਿਕਲ ਜਾਣੀ ਹੈ ਜੀ। ਇਸੇ ਦੇ ਨਾਲ ਹੀ ਜੇਕਰ ਆਪਾਂ ਜਦੋਂ ਬਜਟ ਪੇਸ਼ ਹੋ ਰਿਹਾ ਹੁੰਦਾ, ਵਿਰੋਧੀ ਧਿਰ ਦੀ ਗੱਲ ਕਰੀਏ, ਕਿਉਂਕਿ ਵਿਰੋਧੀ ਧਿਰ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਡਾਕਟਰ ਸਾਹਿਬ, ਜਦੋਂ ਲੋਕ ਸਭਾ 'ਚ ਚਾਹੇ ਰਾਜ ਸਭਾ ਦੇ ਵਿੱਚ, ਸਦਨ ਦੇ ਵਿੱਚ ਬਹਿਸ ਹੋ ਰਹੀ ਹੈ, ਕੁਛ ਪੇਸ਼ ਕੀਤਾ ਜਾ ਰਿਹਾ, ਵਿਰੋਧੀ ਧਿਰ ਤਕੜੀ ਹੋਵੇ ਤਾਂ ਵੱਡੇ ਤੋਂ ਵੱਡਾ ਬਿੱਲ ਰੁਕਵਾ ਵੀ ਸਕਦੀ ਹੈ। ਜੇਕਰ ਮੌਜੂਦਾ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਹਮਲੇ ਕੀਤੇ ਅਪਨਿਵੇਸ਼ ਨੂੰ ਲੈ ਕੇ, ਤਾਂ ਤੁਸੀਂ ਕਿਵੇਂ ਵੇਖਦੇ ਹੋ ਵੀ ਇਹ ਹਮਲੇ ਠੀਕ ਨੇ ਜਾਂ ਗਲਤ ਨੇ? ਕਿੰਨਾ ਕੁ ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਨੂੰ ਜਿਹੜਾ ਹੈਗਾ ਵੇਖ ਰਹੇ ਹੋ ਇਸ ਬਜਟ ਦੇ ਵਿੱਚ? ਪਹਿਲੀ ਚੀਜ਼ ਤੇ ਰਵਾਇਤ ਬਣ ਗਈ ਹੈ ਜੀ ਵੀ ਹਮਲਾ ਕਰਨਾ। ਜਦੋਂ ਬੀਜੇਪੀ ਵਿਪਕਸ਼ੀ ਪਾਰਟੀ ਹੁੰਦੀ ਸੀ, ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀਗੇ, ਉਸ ਵੇਲੇ ਬੀਜੇਪੀ ਕਾਂਗਰਸ ਦੇ ਉੱਤੇ ਏਦਾਂ ਹੀ ਹਮਲੇ ਕਰਦੀ ਸੀ। ਅੱਜ ਜਿਹੜਾ ਸੀਨ ਹੈ ਉਹ ਪੁੱਠਾ ਹੋਇਆ। ਅੱਜ ਦੇ ਵਿੱਚ ਕੀ ਹੋ ਰਿਹਾ ਹੈ ਕਿ ਬੀਜੇਪੀ ਰੂਲਿੰਗ ਪਾਰਟੀ ਬਣੀ ਹੋਈ ਹੈ, ਸੱਤਾ ਦੇ ਵਿੱਚ ਕਾਂਗਰਸ ਜਾਂ ਬਾਕੀ ਜਿਹੜੇ ਵਿਰੋਧੀ ਧਿਰ ਨੇ ਉਹ ਇਹਦੇ ਉੱਤੇ ਹਮਲਾਵਰ ਨੇ। ਗੱਲ ਤਾਂ ਏਦਾਂ ਵੀ ਦੇਖੋ, ਜਿੱਦਾਂ ਮਰਜ਼ੀ ਹੋਣ, ਭਾਵੇਂ ਛੁਰੀ ਖਰਬੂਜੇ ਤੇ ਗਿਰੇ, ਖਰਬੂਜਾ ਛੁਰੀ ਤੇ ਗਿਰੇ, ਕੱਟਣਾ ਤਾਂ ਖਰਬੂਜੇ ਨਹੀਂ ਹੈ ਜੀ। ਦੋਨੋਂ ਪਾਸਿਓਂ, ਭਾਵੇਂ ਉਹ ਬੀਜੇਪੀ ਹਮਲਾਵਰ ਹੋਵੇ ਚਾਹੇ ਕਾਂਗਰਸ ਹਮਲਾਵਰ ਹੋਵੇ, ਦੋਨੋਂ ਪਾਸਿਓਂ ਨੁਕਸਾਨ ਆਮ ਜਨਤਾ ਦਾ, ਆਮ ਲੋਕਾਂ ਦਾ ਹੋ ਰਿਹਾ ਹੈ। ਜਿਹੜੀਆਂ ਚੀਜ਼ਾਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਸੀ, ਸਰਕਾਰ ਨੇ ਉਹ ਨਹੀਂ ਕੀਤਾ। ਦੇਖੋ, ਸਰਕਾਰ ਨੂੰ ਮੈਂ ਜਿਹੜੀ ਪਹਿਲੀ ਗੱਲ ਕੀਤੀ ਹੈ ਸਿੱਧੂ ਸਾਹਿਬ, ਵੀ ਸਰਕਾਰ ਨੂੰ ਜਿਹੜਾ ਲੋਕ ਨੇ ਜਿਨ੍ਹਾਂ ਦੇ ਕੋਲ ਪੈਸਾ ਸਟਾਕ ਮਾਰਕੀਟਾਂ ਚੋਂ ਆਇਆ ਸੀ, ਉਹਨਾਂ ਦੇ ਉੱਤੇ ਕਿਉਂ ਨਹੀਂ ਟੈਕਸ ਲਾਇਆ ਸਰਕਾਰ ਨੇ? ਕੀ ਸੋਚ ਕੇ ਉਹਨਾਂ ਨੂੰ ਸਰਕਾਰ ਨੇ ਬਖਸ਼ਿਆ? ਜਿਹੜੇ ਲੋਕਾਂ ਦੀ ਦੇਖੋ 4 ਦਿਨ ਦੇ ਅੰਦਰ ਪਿਛਲੇ ਤੁਸੀਂ ਹਫ਼ਤੇ ਦੀ ਗੱਲ, 10 ਦਿਨ ਦੀ ਗੱਲ ਕਰ ਰਹੇ ਨੇ ਜੀ, ਮੈਂ ਪਹਿਲੇ 4 ਦਿਨ ਦੀ ਗੱਲ ਕਰ, ਪਹਿਲੀਆਂ 4 ਤਰੀਕਾਂ, ਪਹਿਲੀ 2, 3 ਤੇ 4 ਫਰਵਰੀ ਤੱਕ 14.5 ਲੱਖ ਕਰੋੜ ਰੁਪਇਆ ਲੋਕਾਂ ਨੇ ਸਟਾਕ ਮਾਰਕੀਟ ਦੇ ਵਿੱਚੋਂ ਕਮਾ ਲਿਆ। ਵੀ ਏਦਾਂ ਕਮਾਲ ਦਾ ਬਜਟ ਦਿੱਤਾ ਮੈਡਮ ਨੇ, ਤਾਂ ਇਹਨਾਂ ਦੇ ਉੱਤੇ ਟੈਕਸ ਲੱਗਣਾ ਚਾਹੀਦਾ ਸੀ, ਉਹਨਾਂ ਨੇ ਨਹੀਂ ਲਾਇਆ। ਸਰਕਾਰ ਨੇ ਨੁਕਸਾਨ ਆਪਣਾ ਵੀ ਕੀਤਾ, ਆਮ ਜਨਤਾ ਤੇ ਬੋਝ ਪਾਤਾ ਤੇਲ ਦੇ ਪਾਣੀ। ਦੂਜੀ ਚੀਜ਼ ਜਿਹੜੀ ਹੈ ਵੀ ਜਿਹੜਾ ਸੰਪੱਤੀ ਦੇ ਉੱਤੇ ਲੋਕਾਂ ਦੀ ਟੈਕਸ ਲੱਗਣਾ ਚਾਹੀਦਾ ਸੀ। ਮੰਨ ਲਈਏ ਕਿਸੇ ਬੰਦੇ ਕੋਲ 2020 ਦੇ ਵਿੱਚ 1 ਕਾਰ ਸੀ, 1 ਮਕਾਨ ਸੀ, ਹੁਣ 2021 ਆਉਂਦੇ ਉਹਦੇ ਕੋਲ 2 ਹੋ ਜਾਂਦੀਆਂ, ਤਾਂ ਉਹਨਾਂ ਦੇ ਉੱਤੇ ਟੈਕਸ ਲੱਗਣਾ ਚਾਹੀਦਾ ਸੀ। ਸਰਕਾਰ ਨੇ ਉਸ ਟੈਕਸ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ।
ਕੀਤਾ ਹੋਇਆ, ਬਿਲਕੁਲ ਨਹੀਂ ਲਾਇਆ। ਜਿਹੜਾ ਸਾਡੇ ਇਨਹੈਰੀਟੈਂਸ ਟੈਕਸ ਹੁੰਦਾ ਹੈ, ਜਿਹੜਾ ਸਾਡੇ ਬਜ਼ੁਰਗਾਂ ਤੋਂ ਜਦੋਂ ਸਾਨੂੰ ਸੰਪत्ति ਮਿਲਦੀ ਹੈ ਉਹਦੇ ਉੱਤੇ ਟੈਕਸ ਲੱਗਣਾ ਚਾਹੀਦਾ ਸੀ, ਸਰਕਾਰ ਨੇ ਉਹਨੂੰ ਵੀ ਨਜ਼ਰ ਅੰਦਾਜ਼ ਕੀਤਾ। 1985 ਤੱਕ ਲੱਗਦਾ ਰਿਹਾ ਇਹ ਟੈਕਸ ਹਿੰਦੁਸਤਾਨ 'ਚ। ਸਰਕਾਰ ਨੇ ਜਿਹੜੇ ਟੈਕਸ ਦੇ ਅਸਲੀ ਸਰੋਤ ਸੀਗੇ, ਜਿੱਥੋਂ ਲਿੱਤਾ ਜਾ ਸਕਦਾ, ਉਹ ਨਹੀਂ ਕੀਤਾ। ਸਰਕਾਰ ਨੇ ਕੀਤਾ ਕੀ ਹੈ, ਸਰਕਾਰ ਨੇ ਡਿਸਇਨਵੈਸਟਮੈਂਟ ਕਰਤੀ, ਆਪਨਿਵੇਸ਼ ਦੀ ਗੱਲ ਕੀਤੀ ਹੈ ਵੀ ਆਪਨਿਵੇਸ਼ ਕਰ ਲੈਂਦੇ, ਉਹਨੂੰ ਸੌਖਾ ਤਰੀਕਾ ਲੱਭਿਆ। ਹੁਣ ਉਹਦੇ ਚ ਸਾਰਾ ਕੁਛ, ਭਾਵੇਂ ਉਹ ਕੌਨਕੋਰ ਹੈ, ਭਾਵੇਂ ਉਹ ਸਟੇਡੀਅਮ ਨੇ, ਭਾਵੇਂ ਜਿਹੜੀਆਂ ਵੀ ਚੀਜ਼ਾਂ ਨੇ, ਸਟੀਲ ਅਥਾਰਟੀ ਆਫ ਇੰਡੀਆ, ਏਅਰ ਇੰਡੀਆ, BSNL, ਜੋ ਕੁਛ ਹੈਗਾ, ਕੋਈ ਸੜਕਾਂ ਨੇ, ਸਭ ਵੇਚ ਦੋ। ਹੁਣ ਸਰਕਾਰ ਜਿਹੜੀ ਹੈ ਇਹਦੇ ਚ ਦੇਖੋ ਸਿੱਧੂ ਸਾਹਿਬ, ਜਿਹੜੀਆਂ ਵਿਰੋਧੀ ਧਿਰਾਂ ਨਾ, ਉਹਨਾਂ ਦਾ ਵੀ ਸਾਨੂੰ ਪੱਖ ਜਿਹੜਾ ਸੁਣਨਾ ਪਏਗਾ। ਉਹ ਠੀਕ ਵੀ ਗੱਲ ਕਰ ਰਹੀ ਹੈ ਇੱਕ ਜਗ੍ਹਾ। ਪਿਛਲੇ ਸਾਲ ਸਰਕਾਰ ਨੇ ਇਹਦਾ ਟੀਚਾ ਰੱਖਿਆ ਸੀ ਆਪਨਿਵੇਸ਼ ਤੋਂ 2,10,000 ਕਰੋੜ ਦਾ, ਜਦਕਿ ਐਤਕੀ ਸਰਕਾਰ ਨੇ ਐਡੀ ਵੱਡੀ ਸੇਲ ਲਾਤੀ, ਸਭ ਕੁਛ ਵੇਚਤਾ। ਜਿੰਨਾ ਪਬਲਿਕ ਸੈਕਟਰ ਦੇ ਵਿੱਚ, ਪ੍ਰਧਾਨ ਮੰਤਰੀ ਜੀ ਨੇ 2 ਦਿਨ ਪਹਿਲਾਂ ਤਾਂ ਕਹਿ ਹੀ ਦਿੱਤਾ ਵੀ ਨਿੱਜੀਕਰਨ ਜਿਹੜਾ ਹੈ, ਇਹ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ, ਸਾਰਾ ਜਨਤਕ ਖੇਤਰ ਸਾਰਾ ਖਤਮ ਕਰਨ। ਹੁਣ ਅਜੇ ਤੱਕ ਤਾਂ ਕੇਂਦਰ ਸਰਕਾਰ ਵੇਚ ਰਹੀ ਹੈ, ਹੁਣ ਉਹ ਸੂਬਾਈ ਸਰਕਾਰਾਂ ਨੂੰ ਕਹਿ ਰਹੀਆਂ ਨੇ ਵੀ ਤੁਸੀਂ ਵੀ ਵੇਚਣਾ ਸ਼ੁਰੂ ਕਰੋ। ਹੁਣ ਜੋ ਤੁਹਾਡੇ ਹੱਥ ਵੱਲੇ ਹੈ ਉਹ ਵੀ ਵੇਚਣਾ ਸ਼ੁਰੂ ਕਰਨ। ਪਰ ਸਮੱਸਿਆ ਇਹ ਹੈ ਵੀ ਪਿਛਲੇ ਸਾਲ ਵੇਚ ਕੇ 2,10,000 ਕਰੋੜ ਰੁਪਈਆ ਰੱਖਿਆ ਸੀ, ਐਤਕੀ ਐਡੀ ਭਾਰੀ ਸੇਲ ਲਾ ਕੇ ਵੀ ਸਰਕਾਰ 1,75,000 ਕਰੋੜ ਰੁਪਈਆ ਲੈ ਰਹੀ ਹੈ, ਜੋ 35,000 ਕਰੋੜ ਰੁਪਈਆ ਪਿਛਲੇ ਸਾਲ ਦੇ ਨਾਲੋਂ ਘੱਟ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਐਤਕੀ ਖਰੀਦਣ ਵਾਲਾ ਵੀ ਤਾਂ ਚਾਹੀਦਾ ਹੈ ਨਾ ਜੀ। ਜੇ ਤੁਸੀਂ ਸੇਲ ਲਾਤੀ, ਕੋਈ ਖਰੀਦਣ ਵਾਲਾ ਵੀ ਤਾਂ ਚਾਹੀਦਾ। ਜਦੋਂ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਕੋਈ ਖਰੀਦਣ ਨਹੀਂ ਆ ਰਿਹਾ ਤਾਂ ਸਰਕਾਰ ਕਰ ਕੀ ਰਹੀ ਹੈ? ਏਅਰ ਇੰਡੀਆ ਨੂੰ ਸਰਕਾਰ ਕੀ ਵੇਚ ਰਹੀ ਹੈ? ਏਅਰ ਇੰਡੀਆ ਦੇ ਉੱਤੇ 4,000 ਕਰੋੜ ਦਾ ਕਰਜ਼ਾ, ਵੀ ਕੋਈ ਚੱਕਰ ਨਹੀਂ, ਤੁਸੀਂ 4,500 ਕਰੋੜ ਦਾ ਜਿਹੜਾ ਕਰਜ਼ਾ, ਤੁਸੀਂ ਏਅਰ ਇੰਡੀਆ ਚੱਕ ਲਓ। ਜਿਹੜਾ ਵੀ ਅੱਗੇ ਪਾਰਟੀ ਚੱਕੇਗੀ ਉਹ ਏਅਰ ਇੰਡੀਆ ਚੱਕ ਲਵੇ, ਕਰਜ਼ਾ ਅਸੀਂ ਸਹਿ ਲਾਂਗੇ, ਪਰ ਸਾਨੂੰ ਇਹਦੇ ਤੋਂ ਖਹਿੜਾ ਛਡਾਓ। ਆਹ ਤਾਂ ਸਰਕਾਰ ਕੰਮ ਕਰ ਰਹੀ ਹੈ, ਆਪਣਾ ਖਹਿੜਾ ਛਡਾ ਰਹੀ ਹੈ। ਇਹਨੂੰ ਅੰਗਰੇਜ਼ੀ ਦੇ ਵਿੱਚ ਜਿਹੜਾ ਅੱਖਰ ਆਉਂਦਾ, ਇਹਨੂੰ ਕਹਿੰਦੇ ਡਿਸਟ੍ਰੈਸਡ ਸੇਲ। ਸਾਨੂੰ ਇਸ ਚੀਜ਼ ਦਾ ਇਸ ਵੇਲੇ ਖਤਰਾ ਹੋਇਆ ਹੈ ਕਿ ਸਰਕਾਰ ਡਿਸਟ੍ਰੈਸਡ ਸੇਲ ਕਰੇਗੀ। ਇੱਕ ਤਾਂ ਸੇਲ ਤਾਂ ਜਿਹੜੀ ਕਰਨੀ ਹੈ ਉਹ ਤਾਂ ਹੈ ਹੀ ਹੈ ਵੀ ਚੰਗੇ ਰੇਟ ਤੇ ਕਰਨੀ, ਇੱਕ ਜਿਹੜਾ ਹੈ ਵੀ ਡਿਸਟ੍ਰੈਸਡ ਕਰਦੇ ਨੇ, ਆਪਣੇ ਆਪ ਨੂੰ ਫਸਾ ਕੇ ਸੇਲ ਕਰਨੀ। ਤੁਸੀਂ ਦੱਸੋ ਕਿਹੜੀ ਅਕਲਮੰਦੀ ਹੈ? ਏਡਾ ਵੱਡਾ ਸਾਡਾ ਮੁਲਕ, 130-140 ਕਰੋੜ ਦੀ ਆਬਾਦੀ ਦਾ, ਔਰ ਦੁਨੀਆ ਭਰ ਦੇ ਵਿੱਚ 5ਵੇਂ ਨੰਬਰ ਦੀ ਸਾਡੀ ਅਰਥ ਵਿਵਸਥਾ ਹੋਵੇ, ਸਾਡੀ ਆਪਣੀ ਨੈਸ਼ਨਲ ਏਅਰਲਾਈਨ ਹੀ ਨਾ ਹੋਵੇ। ਦੇਖੋ ਨਾ ਜੀ ਕਿੱਦਾਂ ਹਾਲਾਤ ਕਿਹੜੇ ਪਾਸੇ ਜਾ ਰਹੇ ਨੇ। ਸਾਨੂੰ ਇਹਨਾਂ ਚੀਜ਼ਾਂ ਨੂੰ ਸੋਚਣ ਦੀ ਲੋੜ ਹੈ ਜੀ। ਬਿਲਕੁਲ ਬਹੁਤ ਚਿੰਤਾਜਨਕ ਖੁਲਾਸੇ ਕਰ ਰਹੇ ਹੋ ਡਾਕਟਰ ਸਾਹਿਬ। ਤੁਹਾਡੇ ਨਾਲ ਗੱਲਬਾਤ ਕਰਦੇ ਕਰਦੇ ਮੈਂ ਕਦੇ ਉਧਰ ਦੂਸਰੇ ਪਾਸੇ ਚਲਾ ਜਾਣਾ ਵੀ ਹੁਣ ਬਣੂ ਕੀ ਸਾਡਾ ਹੈ ਜੀ। ਡਾਕਟਰ ਸਾਹਿਬ, ਸਿਹਤ ਬਾਰੇ ਗੱਲ ਕਰੀਏ। ਜੇ ਸਿਹਤ ਬਾਰੇ ਨਾ ਗੱਲ ਕਰੀਏ ਤਾਂ ਮੇਰੇ ਖਿਆਲ 'ਚ ਬਜਟ ਆਪਣਾ ਇਹਦਾ ਚਰਚਾ ਅਧੂਰੀ ਹੋਊਗੀ। ਸਿਹਤ ਬਾਰੇ ਕੋਈ ਰੱਖਿਆ ਕੁਛ ਇਹਦੇ ਵਿੱਚ? ਕੋਈ ਵੈਸੇ ਤਾਂ ਦਾਅਵੇ ਵੱਡੇ ਵੱਡੇ ਕੀਤੇ ਨੇ, ਪਰ ਉਹਨਾਂ ਦਾਅਵਿਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕਿੰਨੇ ਕੁ ਵਜਨਦਾਰ ਦਾਅਵੇ ਨੇ? ਦੇਖੋ, ਸਰਕਾਰ ਦਾ ਜਿਹੜਾ ਦਾਵਾ ਹੈ, ਸਰਕਾਰ ਕਹਿੰਦੀ ਹੈ ਵੀ 137% ਦੇ ਨਾਲ ਅਸੀਂ ਜਿਹੜੀ ਵੰਡ ਹੈ ਉਹ ਵਧਾ ਦਿੱਤੀ ਹੈ ਜੀ। ਜਿੰਨਾ ਅਸੀਂ ਪਿਛਲੇ ਸਾਲ ਦਿੰਦੇ ਸੀ 94,000 ਕਰੋੜ, 99,000 ਕਰੋੜ ਤੋਂ ਅਸੀਂ 2,27,000 ਕਰੋੜ ਤੇ ਵੀ ਕੋਈ ਐਗਜ਼ੈਕਟ ਫਿਗਰ ਇਸ ਵੇਲੇ ਨਹੀਂ ਹੈ ਜੀ, ਪਰ 137% ਦੀ ਸਰਕਾਰ ਇਹ ਗੱਲ ਦਾ ਦਾਵਾ ਕਰਦੀ ਹੈ ਵੀ ਅਸੀਂ ਲੋਕਾਂ ਦੀ ਸਿਹਤ ਵਾਸਤੇ ਇੰਨਾ ਪੈਸਾ ਰੱਖਿਆ। ਜਦੋਂ ਉਹਨੂੰ ਐਨਾਲਾਈਜ਼ ਕਰੀਏ ਨਾ, ਜਦੋਂ ਉਹਨੂੰ ਅਸੀਂ ਤਰੀਕੇ ਦੇ ਨਾਲ ਉਹਦਾ ਵਿਸ਼ਲੇਸ਼ਣ ਕਰਕੇ ਦੇਖਦੇ ਹਾਂ ਤਾਂ ਉਹਦੇ ਚ 2-3 ਚੀਜ਼ਾਂ ਜਿਹੜੀਆਂ ਅੱਖੀ ਘੱਟਾ ਪਾਉਣ ਵਾਲੀ ਗੱਲ ਹੈ ਵੀ ਇੱਕ ਤਾਂ ਉਹਦੇ ਚ ਪਾਣੀ ਤੇ ਸਫਾਈ ਦਾ ਜਿਹੜਾ ਖਰਚਾ ਉਹ ਇਹਦੇ ਚ ਹੀ ਪਾ ਲਿਆ ਜੀ। ਜਿਹੜਾ ਪਾਣੀ ਦਾ ਤੇ ਸਫਾਈ ਦੇ ਉੱਤੇ ਖਰਚਾ ਉਹਦਾ ਅਲੱਗ ਹੈਡ ਹੁੰਦਾ, ਉਹਨੂੰ ਐਤਕੀ ਇਹਦੇ ਚ ਪਾ ਲਿਆ। ਦੂਜੀ ਗੱਲ ਹੈਗੀ 35,000 ਕਰੋੜ ਰੁਪਈਆ ਸਰਕਾਰ ਨੇ ਮੁਕਰਰ ਕੀਤਾ ਹੈ ਵੀ ਅਸੀਂ ਕਰੋਨਾ ਦੀ ਜਿਹੜੀ ਇਹ ਟੀਕਾ ਆਇਆ, ਟੀਕਾਕਰਨ ਦੇ ਲਈ ਅਸੀਂ 35,000 ਕਰੋੜ ਰੁਪਈਆ ਰੱਖਦੇ ਹਾਂ। ਇਹ ਇੱਕ ਟਾਈਮ ਦੀ ਪੇਮੈਂਟ ਹੈ। ਤੀਜੀ ਚੀਜ਼ ਜਿਹੜੀ ਹੈ ਇਹਦੇ ਚ, ਜਿਹੜੀ ਫਾਈਨਾਂਸ ਕਮਿਸ਼ਨ ਸਾਨੂੰ ਗ੍ਰਾਂਟ ਦਿੰਦਾ ਹੈਗਾ ਜੀ, ਉਹ ਇਹਦੇ ਤੋਂ ਨਹੀਂ ਆਉਂਦੀ, ਉਹ ਬਜਟ ਚ ਨਹੀਂ ਆਉਂਦੀ, ਪਰ ਸਰਕਾਰ ਨੇ ਆਪਣੇ ਨੰਬਰ ਸੁਧਾਰਨ ਦੇ ਲਈ ਵੀ ਅਸੀਂ ਬਹੁਤ ਖਰਚਾ ਕੀਤਾ ਤਾਂ ਸਰਕਾਰ ਨੇ ਉਹਨੂੰ ਵੀ ਇਹਦੇ ਵਿੱਚ ਇਨਕਲੂਡ ਕਰ ਲਿਆ ਵੀ ਅਸੀਂ ਫਾਈਨਾਂਸ ਕਮਿਸ਼ਨ ਦੀਆਂ ਗ੍ਰਾਂਟਸ ਜਿਹੜੀਆਂ ਉਹ ਵੀ ਹੈਲਥ ਵਾਲੀਆਂ ਜਿਹੜੀਆਂ ਨੇ ਸਿਹਤ ਖੇਤਰ ਦੀਆਂ ਉਹ ਵੀ ਇਹਦੇ ਚ ਇਨਕਲੂਡ ਕੀਤੀਆਂ। ਇਸ ਕਰਕੇ ਜਿਹੜੀ ਨੰਬਰਾਂ ਦੀ ਜਾਦੂਗਰੀ ਹੈ ਨਾ, ਉਹਦੇ ਚ ਜੇ ਅਸੀਂ ਨਾ ਫਸੀਏ ਤਾਂ ਠੀਕ ਹੈ,
ਪਰ ਉਹਦੇ ਬਾਵਜੂਦ ਸਰਕਾਰ ਦਾ ਜਿਹੜਾ ਖਰਚਾ ਉਹ ਅਸਲ ਜਿਹੜੀ ਰੀਅਲ ਟਰਮਸ ਦੇ ਵਿੱਚ ਉਹ ਘਟਿਆ ਹੈਗਾ। ਸਰਕਾਰ ਦਾ ਖਰਚਾ ਵਧਿਆ ਨਹੀਂ ਹੈ ਜੀ। ਸਿਹਤ ਵਾਸਤੇ ਵੀ ਅਸੀਂ ਤਿਆਰ ਹੋ ਜਾਈਏ, ਕਿਉਂਕਿ ਸਿਹਤ ਇੱਕ ਏਦਾਂ ਦੀ ਚੀਜ਼ ਹੈ, ਜੇ ਸਿਹਤ ਹੈ ਤਾਂ ਹੀ ਸਾਰਾ ਕੰਮ ਅੱਗੇ ਚੱਲਦਾ ਜੀ। ਜੇ ਉਹ ਸਰਕਾਰ ਨੇ ਸਾਨੂੰ ਇਹੀ ਜਿਹੜਾ ਇਸ਼ਾਰਾ ਕੀਤਾ ਵੀ ਆਪਣਾ ਆਪ ਵਿਚਾਰ ਲਓ ਵੀ ਇਸ ਦਾ ਇੰਸ਼ੋਰੈਂਸ ਸੈਕਟਰ ਨੂੰ ਲੈ ਕੇ ਆ ਸਕਦੇ ਹਾਂ ਤੁਹਾਡੇ ਲਈ। ਇੰਸ਼ੋਰੈਂਸ ਸੈਕਟਰ ਜਿਹੜਾ 49% ਤੋਂ 74% ਕਰਤਾ, ਇੰਸ਼ੋਰੈਂਸ ਆਪਣੀਆਂ ਕਰਾ ਲਓ, ਆਪਣਾ ਇਲਾਜ ਆਪ ਕਰਾਓ, ਸਰਕਾਰ ਦੇ ਹੱਥ ਵੱਸ ਕੁਛ ਨਹੀਂ ਹੈਗਾ ਜੀ। ਕਹਿ ਸਕਦੇ ਹਾਂ ਕਿ ਬਜਟ ਦੇ ਜ਼ਰੀਏ ਜਿਹੜਾ ਹੈਗਾ ਲੋਕਾਂ ਦੇ ਹੁਣ ਮੋਟਾ ਟੀਕਾ ਲਾਇਆ ਸਰਕਾਰ ਨੇ ਜੀ। ਬਿਲਕੁਲ ਠੀਕ ਹੈ ਜੀ। ਇੱਕ ਨਾਲ ਗੱਲਬਾਤ ਕਰਨਾ ਚਾਹਾਂਗੇ, ਕੁਝ ਸੈਕਟਰ ਇਹੋ ਜਿਹੇ ਨੇ ਡਾਕਟਰ ਸਾਹਿਬ ਜਿਨ੍ਹਾਂ ਤੋਂ ਸਰਕਾਰ ਨੂੰ ਆਮਦਨ ਹੁੰਦੀ ਹੈ ਜਾਂ ਫੰਡ ਮਿਲਦਾ, ਉਹ ਕਿਹੜੇ ਸੈਕਟਰ ਨੇ ਤੇ ਉਹਨਾਂ ਦਾ ਕੀ ਹਾਲ ਸਮਾਚਾਰ ਆ ਹੁਣ ਜਿਹੜਾ ਇਸ ਬਜਟ ਦੇ ਜ਼ਰੀਏ? ਸਰਕਾਰ ਨੂੰ ਦੇਖੋ ਜੀ, ਜਿਹੜਾ ਪੈਸਾ ਆਉਂਦਾ ਹੈ ਸਰਕਾਰ ਨੂੰ 3 ਤਰੀਕੇ ਦਾ ਪੈਸਾ ਆਉਂਦਾ ਜੀ। ਇੱਕ ਤਾਂ ਸਰਕਾਰ ਨੂੰ ਆਉਂਦਾ ਪੈਸਾ ਜਿਹੜਾ ਅਸੀਂ ਡਿਸਇਨਵੈਸਟਮੈਂਟ ਦੀ ਜਿਹੜੀ ਗੱਲ ਕਰਦੇ ਹਾਂ ਜੀ। ਦੂਜਾ ਆਉਂਦਾ ਟੈਕਸਾਂ ਦੇ ਉੱਤੋਂ। ਤੀਜਾ ਆਉਂਦਾ ਉਸ ਤੋਂ ਇਲਾਵਾ ਟੈਕਸਾਂ ਤੋਂ ਇਲਾਵਾ ਹੋਰ ਕਿਹੜੇ ਸਰੋਤ ਨੇ ਜਿਨ੍ਹਾਂ ਤੋਂ ਪੈਸਾ ਆ ਸਕਦਾ। ਉਹ ਉਹਨਾਂ ਚ ਆਉਂਦਾ ਜਿੱਦਾਂ ਵਿਆਜ ਤੇ ਪੈਸਾ ਦੇਣਾ, ਸੂਬਾਈ ਸਰਕਾਰਾਂ ਨੂੰ ਪੈਸਾ ਦੇ ਦਿੰਦੀ ਹੈ ਕੇਂਦਰ ਸਰਕਾਰ। ਇਹ ਤੀਸਰਾ ਇੱਕ ਸਰੋਤ ਹੈ। ਇਹਨਾਂ ਦੇ ਵਿੱਚੋਂ ਸਰਕਾਰ ਨੂੰ ਪੈਸਾ ਆਉਣ ਦੀ ਉਮੀਦ ਹੁੰਦੀ ਹੈ। ਪਰ ਹੋਇਆ ਕੀ ਹੈ ਕਿ ਕਿਉਂਕਿ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ, ਬੇਰੁਜ਼ਗਾਰੀ ਹੋ ਗਈ, ਤਾਲਾਬੰਦੀ ਹੋ ਗਈ ਔਰ 4 ਘੰਟੇ ਦੇ ਨੋਟਿਸ ਦੇ ਉੱਤੇ ਤਾਲਾਬੰਦੀ ਹੋਈ ਹੈ, ਤਾਂ ਉਹਦੇ ਨਾਲ ਹੋਇਆ ਕਿ ਸਾਰੇ ਜਿੰਨੇ ਬਿਜ਼ਨਸ ਸੀਗੇ, ਜਿੰਨੇ ਕਾਰੋਬਾਰ ਸੀ ਉਹ ਠੱਪ ਹੋ ਗਏ, ਲੋਕ ਵਾਪਸ ਚਲੇ ਗਏ। ਜਦੋਂ ਲੋਕਾਂ ਦੀ ਕਮਾਈ ਘਟ ਗਈ ਤਾਂ ਕਮਾਈ ਘਟਣ ਦੇ ਕਾਰਨ ਭਾਵੇਂ ਉਹ ਦੇਖੋ ਤੁਹਾਡੇ ਮੇਰੇ ਵਰਗੇ ਜਿਹੜੇ ਲੋਕ ਨੇ ਜਿਹੜੇ ਟੈਕਸ ਦਿੰਦੇ ਆ ਸਿੱਧੇ ਤੌਰ ਤੇ ਆਪਣੀ ਤਨਖਾਹ ਦੇ ਵਿੱਚੋਂ, ਉਹ ਵੀ ਘਟ ਗਏ। ਜਿਹੜਾ ਕਾਰੋਬਾਰਾਂ ਦੇ ਉੱਤੇ ਟੈਕਸ ਲੱਗਦਾ ਸੀ ਸਰਕਾਰ ਦੇ ਕੋਲ, ਉਹਦੇ ਚੋਂ ਵੀ ਆਮਦਨ ਘਟ ਗਈ ਜੀ। ਠੀਕ ਹੈ ਜੀ। ਤੇ ਜਿਹੜੀ ਕਿਉਂਕਿ ਬਾਹਰੋਂ ਦੀ ਕੁਛ ਆਉਣਾ ਨਹੀਂ, ਜਦੋਂ ਬਿਜ਼ਨਸ ਹੀ ਨਹੀਂ ਚੱਲਣਾ ਤਾਂ ਬਾਹਰੋਂ ਸਮਾਨ ਕੀ ਅਸੀਂ ਆਯਾਤ ਨਿਰਯਾਤ ਕਰਨਾ, ਠੀਕ ਹੈ ਜੀ। ਉਹ ਵੀ ਦਰਾਮਦਾਂ ਜਿਹੜੀਆਂ ਨੇ ਦਰਾਮਦਾਂ ਉਹ ਵੀ ਘਟ ਗਈਆਂ। ਤਾਂ ਸਰਕਾਰ ਨੂੰ ਹਰ ਤਰੀਕੇ ਦੇ ਨਾਲ ਉੱਥੇ ਨੁਕਸਾਨ ਹੋਇਆ, ਟੈਕਸਾਂ ਦਾ, ਨੌਨ ਟੈਕਸਾਂ ਦਾ। ਉਹਨੂੰ ਪੂਰਾ ਕਰਨ ਦੇ ਲਈ ਮੈਂ ਤੁਹਾਨੂੰ ਦੱਸਿਆ ਨਾ ਜੀ, ਸਰਕਾਰ ਨੂੰ ਚਾਹੀਦਾ ਸੀਗਾ, ਸਰਕਾਰ ਦੇ ਕੋਲ 2-3 ਜੇ ਅਕਲਮੰਦੀ ਨਾਲ ਕੰਮ ਕਰਦੇ ਤਾਂ ਆਮ ਜਨਤਾ ਨੂੰ ਰਾਹਤ ਦੇ ਸਕਦੇ ਸੀ, ਬੜਿਆਂ ਲੋਕਾਂ ਦੇ ਉੱਤੇ ਟੈਕਸ ਲਾ ਸਕਦੇ ਸੀ, ਸਟਾਕ ਮਾਰਕੀਟ ਦੇ ਉੱਤੇ ਟੈਕਸ ਲਾ ਸਕਦੇ, ਸੰਪत्ति ਦੇ ਉੱਤੇ ਟੈਕਸ ਲਾ ਸਕਦੇ ਸੀ। ਪਰ ਸਰਕਾਰ ਨੇ ਸੌਖਾ ਤਰੀਕਾ ਲੱਭਿਆ, ਪੈਟਰੋਲ ਡੀਜ਼ਲ ਤੇ ਟੈਕਸ ਲਾ ਦੋ। ਬਈ ਪੈਟਰੋਲ ਡੀਜ਼ਲ ਤੇ ਟੈਕਸ ਲੱਗੂਗਾ, ਉਹ ਤਾਂ ਹਰ ਚੀਜ਼ ਨੂੰ ਮਹਿੰਗਾਈ ਤੇ ਲੈ ਕੇ ਜਾਏਗਾ। ਬਿਲਕੁਲ ਜੀ। ਡਾਕਟਰ ਸਾਹਿਬ, ਜਿਹੜਾ ਬੇਰੁਜ਼ਗਾਰੀ ਦਾ ਮੁੱਦਾ ਗਾ ਉਹ ਹਰ ਸਰਕਾਰ ਲਈ ਬੜੀ ਚਿੰਤਾ ਦਾ ਮੁੱਦਾ ਰਿਹਾ ਔਰ ਹਰ ਵਾਰ ਜਿਹੜੀ ਹੈਗੀ ਆ ਕੋਈ ਵੀ ਸਰਕਾਰ ਆਵੇ, ਪਿੱਛੇ ਭਾਵੇਂ ਕਾਂਗਰਸ ਵੀ ਰਹਿ ਕੇ ਗਈ ਆ, ਹੁਣ ਬੀਜੇਪੀ ਦੀ ਸਰਕਾਰ ਵੀ ਜਦੋਂ ਸੱਤਾ 'ਚ ਆਈ ਸੀ, ਭਾਵੇਂ ਇਸ ਵਾਰ ਭਾਵੇਂ ਪਿਛਲੀ ਵਾਰ, ਤਾਂ ਨੌਕਰੀਆਂ ਦੇਣ ਦੇ ਵਾਅਦੇ ਬੜੇ ਕਰਦੇ ਆ, ਰੁਜ਼ਗਾਰ ਦੇਣ ਦਾ ਵਾਅਦਾ ਬੜਾ ਕਰਦੇ ਆ। ਹਰ ਵਾਰ ਕਹਿੰਦੇ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ। ਇਸ ਵਾਰ ਦੇ ਬਜਟ ਦੇ ਵਿੱਚ ਰੁਜ਼ਗਾਰ ਲਈ ਕੋਈ ਕਦਮ ਚੁੱਕਿਆ, ਬੇਰੁਜ਼ਗਾਰੀ ਨੂੰ ਘਟਾਉਣ ਲਈ ਪਹਿਲ ਕਦਮੀ ਕੀਤੀ ਹੈ ਜਾਂ ਜਿਉਂ ਦਾ ਤਿਉਂ ਹੀ ਹੈ? ਬਿਲਕੁਲ ਨਹੀਂ ਚੱਕੀ, ਬਿਲਕੁਲ ਕੋਈ ਗੱਲ ਨਹੀਂ ਕੀਤੀ। ਨਾ ਇਕਨੋਮਿਕ ਸਰਵੇ ਦੇ ਵਿੱਚ ਗੱਲ ਕੀਤੀ, ਜਿਹੜਾ ਆਰਥਿਕ ਸਰਵੇ ਆ ਜਾਂਦਾ ਹੈਗਾ 1 ਦਿਨ 2 ਦਿਨ ਪਹਿਲਾਂ ਜਿਹੜਾ ਆ ਗਿਆ ਸੀ, ਮੈਂ ਉਹਨੂੰ ਵੀ ਦੇਖਿਆ ਵੀ ਸ਼ਾਇਦ ਉਹਦੇ ਵਿੱਚ ਵੀ ਗੱਲ ਕੀਤੀ ਹੋਵੇ। ਉਹਨਾਂ ਨੇ ਬਿਲਕੁਲ ਗੱਲ ਨਹੀਂ ਕੀਤੀ, ਚੀਫ ਇਕਨੋਮਿਕ ਐਡਵਾਈਜ਼ਰ ਨੇ, ਔਰ ਨਾ ਹੀ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਦੌਰਾਨ ਜਿਹੜਾ ਰੁਜ਼ਗਾਰ ਨੂੰ ਲੈ ਕੇ ਕੋਈ ਗੱਲ ਕੀਤੀ। ਬੜੀ ਚਲਾਕੀ ਦੇ ਨਾਲ ਉਹਨਾਂ ਨੇ ਇਸ ਅੱਖਰ ਨੂੰ, ਰੁਜ਼ਗਾਰ, ਬੇਰੁਜ਼ਗਾਰੀ ਨੂੰ ਇੱਕ ਟੈਕਸਟਾਈਲ ਦੇ ਨਾਲ ਜੋੜ ਕੇ ਕਿ ਅਸੀਂ ਟੈਕਸਟਾਈਲ ਹੱਬ ਬਣਾਵਾਂਗੇ, 7 ਪਾਰਕ ਬਣਾਵਾਂਗੇ, ਟੈਕਸਟਾਈਲ ਪਾਰਕ ਬਣਨਗੇ, ਏਦਾਂ ਉਹਨਾਂ ਨੇ ਇਹਨੂੰ ਇੱਕ ਪਾਸਿੰਗ ਰੈਫਰੈਂਸ ਦੇ ਤੌਰ ਤੇ ਯੂਜ਼ ਕੀਤਾ, ਜਿਹਦਾ ਮਤਲਬ ਇਹ ਹੈ ਵੀ ਸਰਕਾਰ ਇਹਨੂੰ ਬਿਲਕੁਲ ਵੀ ਸੰਜੀਦਾ ਤਰੀਕੇ ਦੇ ਨਾਲ ਨਹੀਂ ਦੇਖ ਰਹੀ, ਜਦਕਿ ਇਹ ਬਹੁਤ ਵੱਡੀ ਸਮੱਸਿਆ ਖੜੀ ਹੋਈ ਹੈ। ਜਦੋਂ ਸਰਕਾਰ ਨੇ 4 ਘੰਟੇ ਦੇ ਵਿੱਚ ਤਾਲਾਬੰਦੀ ਕੀਤੀ ਤਾਂ ਸਿੱਧੂ ਸਾਹਿਬ ਜਿਹੜਾ ਅੰਕੜੇ ਆ ਉਹ ਦੱਸਦੇ ਆ 12 ਕਰੋੜ ਲੋਕਾਂ ਦੀ, 12 ਕਰੋੜ 20 ਲੱਖ ਲੋਕਾਂ ਦੀ ਨੌਕਰੀ ਖੁੱਸ ਗਈ।
ਹੁਣ 12 ਕਰੋੜ ਲੋਕਾਂ ਦੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਦੋਂ ਨੌਕਰੀਆਂ ਚਲੇ ਗਈਆਂ, ਦਸੰਬਰ ਤੱਕ ਵੀ ਜੀ ਇਹ ਨੌਕਰੀਆਂ 1.5 ਕਰੋੜ ਰਿਕਵਰ ਹਜੇ ਵੀ ਹੋਣੀ ਬਾਕੀ ਹੈ। 1.5 ਕਰੋੜ ਨੌਕਰੀ ਅਜੇ ਵੀ ਜਿਹੜੇ ਲੋਕਾਂ ਦੀ ਚਲੇ ਗਈ ਸੀ ਉਹਨਾਂ ਚੋਂ 1.5 ਕਰੋੜ ਨੌਕਰੀ ਨਿਕਲਣੀ ਅਜੇ ਵੀ ਬਾਕੀ ਹੈ। ਤਾਂ ਤੁਸੀਂ ਦੇਖੋ ਵੀ ਸਾਡੇ ਤਾਂ ਪਹਿਲਾਂ ਹੀ ਅਨਇੰਪਲੋਇਮੈਂਟ ਦੇ ਹਾਲਾਤ ਇਹ ਸੀਗੇ ਵੀ ਜਦੋਂ ਸਰਕਾਰ 2019 ਦੇ ਵਿੱਚ ਚੋਣਾਂ 'ਚ ਜਾ ਰਹੀ ਸੀ ਤਾਂ ਉਸ ਵੇਲੇ ਇੱਕ ਰਿਪੋਰਟ ਲੀਕ ਹੋ ਗਈ ਸੀ ਜਿਹੜੀ ਇਹ ਕਹਿੰਦੀ ਸੀ ਕਿ 45 ਸਾਲ ਦੇ ਆਪਣੇ ਸਿਖਰ ਤੇ ਬੇਰੁਜ਼ਗਾਰੀ ਹੈ, ਜਿਹਨੂੰ ਸਰਕਾਰ ਨੇ ਪਹਿਲਾਂ ਤਾਂ ਨਕਾਰਤਾ, ਬਾਅਦ 'ਚ ਜਦੋਂ ਸੱਤਾ 'ਚ ਆ ਗਏ ਉਦੋਂ ਮੰਨ ਲਿਆ ਨਹੀਂ ਜੀ ਠੀਕ ਕਹਿੰਦੇ ਇਹ। ਤੁਸੀਂ ਦੇਖੋ ਵੀ 45 ਸਾਲ ਦੀ ਬੇਰੁਜ਼ਗਾਰੀ ਉਹ ਸਭ ਤੋਂ ਸਿਖਰ ਦੀ। ਉਸ ਤੋਂ ਬਾਅਦ ਹਜੇ 1.5 ਕਰੋੜ ਹੋਰ ਹਜੇ ਨੌਕਰੀ ਕੱਢਣ ਵਾਲੀ ਪਈ ਹੈ ਤਾਂ ਔਰ ਉਸ ਤੋਂ ਇਲਾਵਾ ਸਰਕਾਰ ਨੇ ਇਸ ਬਜਟ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਪ੍ਰਾਵਧਾਨ ਨਹੀਂ ਕੀਤਾ। ਕੋਈ ਤਾਂ ਹੈਡ ਬਣਾ ਦਿੰਦੇ, ਕੋਈ ਤਾਂ ਵੰਡ ਏਦਾਂ ਦੀ ਕਰ ਦਿੰਦੇ ਵੀ ਜਿਹਦੇ ਨਾਲ ਲੋਕਾਂ ਨੂੰ ਨੌਕਰੀ ਮਿਲਦੀ। ਅਸੀਂ ਮਨਰੇਗਾ ਵਰਗੀ ਸਕੀਮ ਤੇ ਬੜੀ ਉਮੀਦ ਸੀ। ਮੈਨੂੰ ਨਿੱਜੀ ਤੌਰ ਤੇ ਉੱਤੇ ਮਨਰੇਗਾ ਦੇ ਉੱਤੇ ਬਹੁਤ ਸੀਗਾ ਵੀ ਸ਼ਾਇਦ ਸਰਕਾਰ ਮਨਰੇਗਾ ਦੀ ਵੰਡ ਵਧਾ ਦੇਗੀ, ਔਰ ਨਾ ਸਿਰਫ ਵੰਡ ਵਧਾਏਗੀ ਬਲਕਿ ਜਿਹੜਾ ਇਹਨੂੰ ਸ਼ਹਿਰੀ ਮਨਰੇਗਾ ਜਿਹੜੀ ਹੈ ਉਹ ਵੀ ਲੈ ਕੇ ਆਏਗੀ। ਅਜੇ ਤਾਂ ਪੇਂਡੂ ਮਨਰੇਗਾ ਚੱਲ ਰਹੀ ਹੈ, ਸ਼ਹਿਰੀ ਦੇ ਵਿੱਚ ਵੀ ਮਨਰੇਗਾ ਆਏਗੀ। ਪਰ ਸਰਕਾਰ ਨੇ ਤਾਂ ਜੀ ਮਨਰੇਗਾ ਦੇ ਉੱਤੇ ਹੱਥ ਹੀ ਖਿੱਚ ਲਿਆ। ਪਿਛਲੇ ਸਾਲ ਦੇਖੋ, ਹੁਣ ਨੰਬਰਾਂ ਦਾ ਫੇਰ ਮੈਂ ਤੁਹਾਨੂੰ ਦੱਸ ਰਿਹਾ ਵੀ ਅੰਕੜਿਆਂ ਦਾ ਘੱਟਾ ਪਾਉਂਦੀ ਹੈ ਸਰਕਾਰ। ਪਿਛਲੇ ਸਾਲ ਸਰਕਾਰ ਨੇ 61,500 ਕਰੋੜ ਰੁਪਇਆ ਮਨਰੇਗਾ ਦੇ ਲਈ ਰੱਖਿਆ ਸੀ। ਐਤਕੀ 50,000 ਕਰੋੜ ਰੁਪਈਆ 2 ਕਿਸ਼ਤਾਂ 'ਚ ਉਹਦੇ 'ਚ ਹੋਰ ਵਧਾ ਦਿੱਤਾ, ਯਾਨੀ 1,11,500 ਕਰੋੜ ਬਣ ਗਿਆ। ਲੋਕ ਜਿਹੜੇ ਪ੍ਰਵਾਸ ਕਰ ਗਏ ਵਾਪਸ, ਉਹਨਾਂ ਨੂੰ ਮਨਰੇਗਾ ਦੇ ਥਰੂ ਤਾਂ ਨੌਕਰੀ ਦਿੱਤੀ ਉੱਥੇ ਆਪਣੇ ਪਿੰਡਾਂ 'ਚ ਜਾ ਕੇ। ਤੇ ਤੀਸਰਾ ਜਿਹੜਾ ਹੈ ਇਹਦੇ ਵਿੱਚ ਤੀਸਰੀ ਗੱਲ ਜਿਹੜੀ ਹੋਈ ਹੈ ਵੀ ਜਦੋਂ ਅਸੀਂ ਅਗਲੇ ਸਾਲ ਦੇ ਲਈ ਦੇਖ ਰਹੇ ਹਾਂ ਤਾਂ ਸਰਕਾਰ ਨੇ ਅਗਲੇ ਸਾਲ ਦੇ ਲਈ ਸਿਰਫ 73,000 ਕਰੋੜ ਰੁਪਈਆ, ਹੁਣ ਸਰਕਾਰ ਇਹਨੂੰ ਕਿੱਥੋਂ ਦਿਖਾਉਂਦੀ ਹੈ 61,500 ਕਰੋੜ ਦੇ ਨਾਲ ਸਰਕਾਰ 73,000 ਕਰੋੜ ਨੂੰ ਕੰਪੇਅਰ ਕਰਕੇ ਆਮ ਜਨਤਾ ਨੂੰ ਦੱਸ ਦੇਗੀ ਵੀ ਦੇਖੋ ਪਿਛਲੇ ਬਜਟ 'ਚ ਅਸੀਂ 61,000 ਰੁਪਇਆ ਵੰਡਿਆ ਸੀ, ਐਤਕੀ ਅਸੀਂ 73,000 ਕਰੋੜ ਰੁਪਈਆ ਰੱਖਤਾ। ਜਦਕਿ ਅਸਲ ਜਿਹੜਾ ਹੈ ਸਰਕਾਰ ਨੇ 1,11,500 ਤੋਂ ਘਟਾ ਕੇ ਇਹਨੂੰ 73,000 ਕਰੋੜ ਰੁਪਈਏ ਤੇ ਲਿਆਂਦਾ। ਤਾਂ ਸਰਕਾਰ ਬਿਲਕੁਲ ਲੋਕਾਂ ਦੀ ਨੌਕਰੀਆਂ ਵਾਸਤੇ, ਰੁਜ਼ਗਾਰ ਵਾਸਤੇ ਸੰਜੀਦਾ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ। ਡਾਕਟਰ ਸਾਹਿਬ, ਜਿਹੜੇ ਤੁਸੀਂ ਨੌਕਰੀਆਂ ਤੋਂ ਵਾਂਝੇ ਹੋਣ ਦੇ ਅੰਕੜੇ ਦੱਸੇ ਕਰੋਨਾ ਦੇ ਕਾਲ ਦੌਰਾਨ, ਜਿਵੇਂ ਕਿ 12 ਕਰੋੜ ਜੋ ਨੌਕਰੀਆਂ ਖੁੱਸ ਗਈਆਂ ਦਸੰਬਰ ਤੱਕ, ਹਾਲੇ ਤੱਕ ਬਹਾਲ ਨਹੀਂ ਹੋਏ। ਮੇਰੇ ਖਿਆਲ ਦੇ ਵਿੱਚ ਸਾਡੀ ਸੁਰਤ ਦੀ ਜੇਕਰ ਗੱਲ ਕਰੀਏ ਜਾਂ ਇਸ ਸਦੀ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਅਸੀਂ ਐਡਾ ਵੱਡਾ ਦੁਖਾਂਤ ਵੇਖਿਆ ਜਦੋਂ ਨੌਕਰੀਆਂ ਤੋਂ ਅਸੀਂ ਵਾਂਝੇ ਹੋਏ ਹਾਂ। ਬਾਕੀ ਹੈਰਾਨ ਕਰਨ ਵਾਲੇ ਇਹ ਅੰਕੜੇ ਨੇ ਡਾਕਟਰ ਸਾਹਿਬ। ਜੀ ਤੁਹਾਡੇ ਤੋਂ ਆਗਿਆ ਲੈਣ ਤੋਂ ਪਹਿਲਾਂ ਡਾਕਟਰ ਸਾਹਿਬ ਮੈਂ ਗੱਲ ਕਰਨੀ ਚਾਹਾਂਗਾ ਇਸ ਬਜਟ ਦੇ ਅਖੀਰ ਦੀ ਚਰਚਾ ਦੇ ਅਖੀਰ 'ਚ ਕਿਸਾਨੀ ਮੁੱਦੇ ਤੇ, ਕਿਉਂਕਿ ਉਧਰੋਂ ਆਪਣਾ ਬਜਟ ਦਾ ਸੈਸ਼ਨ ਵੀ ਚੱਲ ਰਿਹਾ ਤੇ ਨਾਲ ਦੀ ਨਾਲ ਦਿੱਲੀ ਦੀਆਂ ਬਰੂਹਾਂ ਤੇ ਸਾਡੇ ਕਿਸਾਨ, ਸਾਡੇ ਸੂਬੇ ਦੇ ਕਿਸਾਨ, ਸਾਰੇ ਸੂਬਿਆਂ ਦੇ ਕਿਸਾਨ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਕਾਲੇ ਕਾਨੂੰਨਾਂ ਦੇ ਖਿਲਾਫ। ਤਾਂ ਇਸ ਦਰਮਿਆਨ ਬਜਟ ਪੇਸ਼ ਹੁੰਦਾ ਹੈ, ਕਿਸਾਨੀ ਲਈ ਕੋਈ ਨਵੀਆਂ ਉਮੀਦਾਂ ਪੇਸ਼ ਕੀਤੀਆਂ ਗਈਆਂ ਇਸ ਬਜਟ ਦੇ ਵਿੱਚ? ਕਿਸਾਨਾਂ ਨੂੰ ਕੋਈ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦੇ ਕੋਈ ਕਾਲਜੇ ਠੰਡ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਾਂ ਕਿਸਾਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਜਿਉਂ ਦਾ ਤਿਉਂ ਆ ਉਹਨਾਂ ਦਾ ਮਸਲਾ? ਇੱਕ ਵਾਰੀ ਫੇਰ ਮੈਂ ਤੁਹਾਨੂੰ ਜਿਹੜਾ ਦੱਸ ਰਿਹਾ ਵੀ ਕਿਸਾਨਾਂ ਦੇ ਪ੍ਰਤੀ ਵੀ ਸਰਕਾਰ ਨੇ ਕੋਈ ਨਰਮ ਰੁਖ ਨਹੀਂ ਇਸ ਬਜਟ ਦੇ ਵਿੱਚ ਦਿਖਾਇਆ। ਬਿਲਕੁਲ ਵੀ ਸਰਕਾਰ ਨੇ ਇਹ ਕਿਸਾਨਾਂ ਨੂੰ ਇੱਕ ਤਰੀਕੇ ਦੇ ਨਾਲ ਖੁੰਝੇ ਤੇ ਹੀ ਲਾਈ ਰੱਖਿਆ। ਤੁਸੀਂ ਦੇਖੋ ਵੀ ਜਿਹੜੀ ਵੰਡ ਸਰਕਾਰ ਨੇ ਕੀਤੀ ਹੈ ਕਿਸਾਨਾਂ ਵਾਸਤੇ, ਉਹ ਵੀ ਖਾਣੀ ਵੰਡ ਹੈ। PM ਕਿਸਾਨ ਜਿਹਦੇ ਵਿੱਚ ਉਹਦੀ 2,000 ਰੁਪਈਆ, ਜਿਹੜੇ ਛੋਟੀ ਕਿਸਾਨੀ ਹੈ ਉਹਨਾਂ ਨੂੰ 2,000 ਰੁਪਈਆ ਦਿੰਦੇ ਆ, ਸਾਲ ਦਾ 6,000 ਰੁਪਈਆ 3 ਕਿਸ਼ਤਾਂ 'ਚ ਸਰਕਾਰ ਦਿੰਦੀ ਹੈ। ਐਤਕੀ ਉਹਨੂੰ 75,000 ਕਰੋੜ ਤੋਂ 65,000 ਕਰੋੜ ਕਰਤਾ। ਤੁਸੀਂ ਦੱਸੋ ਵੀ ਕਿਆ ਲੋਕ ਜਿਹੜੇ ਕਿ ਸਾਰੇ ਕਿਸਾਨ ਲੀਹਾਂ ਤੇ ਆ ਗਏ? ਸਾਰੇ ਕਿਸਾਨਾਂ ਦਾ ਵਿਕਾਸ ਹੋ ਚੁੱਕਾ ਪਿਛਲੇ 2 ਸਾਲਾਂ ਦੇ ਵਿੱਚ। ਜਿਹੜਾ ਤੁਸੀਂ 75,000 ਤੋਂ 65,000 ਕਰੋੜ ਰੁਪਈਆ ਕਰਤਾ ਇਹਨੂੰ। ਫਿਰ ਗ੍ਰਾਮ ਸੜਕ ਯੋਜਨਾ ਉਹਨੇ 19,500 ਕਰੋੜ ਰੁਪਈਆ ਸੀ 15,000 ਕਰੋੜ ਕਰਤਾ। ਜਿਹੜਾ ਸਾਡਾ ਖੇਤੀਬਾੜੀ ਮੁੱਖ ਧੰਦਾ ਨਾਲ ਉਹਦੇ ਜਿਹੜੀਆਂ ਅਲਾਈਡ ਐਕਟੀਵਿਟੀਜ਼ ਨੇ ਉਹਦੇ ਵਾਸਤੇ 1,54,000 ਕਰੋੜ ਰੁਪਈਆ ਸਰਕਾਰ ਨੇ ਰੱਖਿਆ ਸੀ, ਐਤਕੀ 1,48,000 ਕਰੋੜ ਕਰਤਾ। ਪੈਟਰੋਲ ਦੇ ਉੱਤੇ ਜਿਹੜੀ ਗੈਸ, ਡੀਜ਼ਲ, ਪੈਟਰੋਲ, ਜਿਹੜਾ ਇਹ ਚੀਜ਼ਾਂ ਜਿਹੜੀਆਂ ਕਿਸਾਨੀ ਦੇ ਵਿੱਚ ਇਹ ਵੀ ਇਹਨਾਂ ਦੀ ਵਰਤੋਂ ਵੀ
ਹੁੰਦੀ ਹੈ, ਡੀਜ਼ਲ ਦੀ ਵਰਤੋਂ ਵੀ ਹੋਣੀ ਹੈ। ਉਹ 40,000 ਕਰੋੜ ਰੁਪਈਏ ਦੀ ਜਿਹੜੀ ਸਬਸਿਡੀ ਸੀ ਉਹਨੂੰ ਐਤਕੀ 13,000 ਕਰੋੜ ਰੁਪਈਏ ਤੇ ਲਿਆਤਾ। ਸਰਕਾਰ ਨੇ ਹਰ ਤਰੀਕੇ ਦੇ ਨਾਲ ਆਮ ਆਦਮੀ ਦੀ ਲੱਤ ਤੋੜੀ ਆ ਜੀ। ਕਹਿ ਸਕਦੇ ਹਾਂ ਕਿ ਜਿਵੇਂ ਉਮੀਦ ਸੀ ਵੀ ਸਰਕਾਰ ਵੈਸੇ ਤਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਦੀ ਆ ਰਹੀ ਆ, ਉਹਨਾਂ ਨਾਲ ਤਰ੍ਹਾਂ ਦਾ ਦੁਰਵਿਵਹਾਰ ਕਰਦੀ ਆ ਰਹੀ ਆ, ਭਾਵੇਂ ਉਹ ਆਤੰਕਵਾਦੀ ਤੇ ਭਾਵੇਂ ਮਾਓਵਾਦੀ ਤੇ ਭਾਵੇਂ ਵੱਖਵਾਦੀ ਹੋਣ ਤੱਕ ਦੇ ਉਹਨਾਂ ਨੂੰ ਜੋ ਨਾਮ ਦਿੱਤੇ ਗਏ ਆ। ਪਰ ਇਸ ਵਾਰ ਉਮੀਦ ਸੀ, ਸਾਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਡਾਕਟਰ ਸਾਹਿਬ ਕਿ ਹੋ ਸਕਦਾ ਕਿਸਾਨੀ ਲਈ ਕੋਈ ਨਵੀਂ ਸਦਨ ਦੇ ਵਿੱਚੋਂ ਕੋਈ ਆਵਾਜ਼ ਆਵੇ। ਪਰ ਜੋ ਤੁਸੀਂ ਖੁਲਾਸੇ ਕੀਤੇ, ਭਾਵੇਂ ਉਹ ਕਿਸਾਨਾਂ ਲਈ ਜਿਹੜੀ ਹੈਗੀ ਆ 65,000 ਕਰੋੜ ਰੁਪਈਆ ਘਟਾ ਕੇ ਕਰਤਾ, ਭਾਵੇਂ ਉਹ ਸੜਕ ਯੋਜਨਾ ਹੈ, ਤਾਂ ਬਹੁਤ ਚਿੰਤਾਜਨਕ ਵੀ ਨੇ ਤੇ ਦੁਖਦਾਈ ਵੀ ਨੇ ਡਾਕਟਰ ਸਾਹਿਬ ਜੀ। ਬਿਲਕੁਲ ਠੀਕ ਹੈ ਜੀ। ਰਾਹਤ ਦੇ ਨਾਮ ਤੇ ਸਰਕਾਰ ਨੇ ਆਮ ਜਨਤਾ ਨੂੰ ਕੁਛ ਨਹੀਂ ਦਿੱਤਾ। ਫਿਰ ਮੁੜ ਕੇ ਇਹੀ ਗੱਲ ਹੈ ਵੀ ਸਰਕਾਰ ਦਾ ਜਿਹੜਾ ਬਜਟ ਸੀ, ਜਿਹੜਾ ਕਾਰਪੋਰੇਟ ਦੇ ਹਿੱਤ ਨੇ ਉਹਨਾਂ ਨੂੰ ਮੁੱਖ ਰੱਖ ਕੇ ਫਿਰ ਬਣਾਇਆ ਗਿਆ। ਇਸ ਬਜਟ ਨੇ ਵੀ ਇੱਕ ਵਾਰੀ ਫਿਰ ਸਾਨੂੰ ਨਿਰਾਸ਼ਾ ਹੀ ਦਿੱਤੀ ਹੈ। ਬਿਲਕੁਲ, ਮੈਂ ਨਾਲ ਡਾਕਟਰ ਸਾਹਿਬ ਇੱਧਰ ਵੇਖ ਰਿਹਾ, ਸਾਡੇ ਕੋਲ ਅਪਡੇਟਸ ਆਈਆਂ ਨੇ। ਸਾਡੇ ਜਿਹੜੇ ਵਿੱਤ ਮੰਤਰੀ ਨੇ ਕੇਂਦਰ ਦੇ, ਨਿਰਮਲਾ ਸੀਤਾਰਮਨ, ਉਹ ਕਹਿ ਰਹੇ ਨੇ ਕਿ ਅਸੀਂ ਅਰਥ ਵਿਵਸਥਾ ਨੂੰ ਖੋਲ੍ਹਿਆ ਤੇ ਕਈ ਸੁਧਾਰ ਕੀਤੇ ਨੇ ਤੇ ਔਰ ਇਹ ਸੁਧਾਰ ਨਿਰੰਤਰ ਜਾਰੀ ਨੇ। ਭਾਰਤੀ ਉਦਯੋਗ ਜਿਸ ਸਨਮਾਨ ਦਾ ਹੱਕਦਾਰ ਸੀ, ਅਸੀਂ ਉਹ ਸਨਮਾਨ ਦਿੱਤਾ ਜੀ। ਇਹ ਸੁਧਾਰ ਜਿਹੜੇ ਨੇ ਨਾ ਜੀ, ਇਹਨਾਂ ਨੇ ਇੱਕ ਅੱਖਰ, ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਾਂ ਇਹਨਾਂ ਨੇ ਕਿਹਾ ਮੁੱਠੀ ਭਰ ਕਿਸਾਨ ਨੇ ਜੀ। ਉਹ ਮੁੱਠੀ ਭਰ ਕਿਸਾਨ ਹੈ ਕਿ ਨਹੀਂ ਉਹ ਤਾਂ ਚਲੋ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ, ਪਰ ਉਹ ਤਾਂ ਉੱਥੇ ਤਾਂ ਠੀਕ ਨਹੀਂ ਬੈਠਦਾ। ਪਰ ਇਹਨੂੰ ਜੇ ਢੁਕਵਾਂ ਜਿਹੜਾ ਇਹ ਬੈਠਦਾ ਨਾ, ਮੁੱਠੀ ਭਰ ਲੋਕਾਂ ਦੀ ਸਰਕਾਰ ਨੇ ਸੇਵਾ ਕੀਤੀ ਹੈ ਇਸ ਬਜਟ ਦੇ ਨਾਲ, ਉੱਥੇ ਬੜਾ ਤਰੀਕੇ ਦੇ ਨਾਲ ਇਹ ਸਰਕਾਰ ਵੱਲੋਂ ਜੋ ਕੰਮ ਕੀਤੇ ਗਏ ਨੇ ਉੱਥੇ ਬੜੇ ਸਿੱਧੇ ਤਰੀਕੇ ਦੇ ਨਾਲ ਲਾਗੂ ਹੁੰਦੀ ਹੈ। ਤੇ ਸਰਕਾਰ ਦਾ ਬਜਟ ਮੁੱਠੀ ਭਰ ਲੋਕਾਂ ਦੇ ਲਈ ਬਣਿਆ, ਆਮ ਜਨਤਾ ਦੇ ਲਈ ਨਹੀਂ ਬਣਿਆ। ਸਿਰਫ ਜੋ ਸੁਧਾਰ ਹੋ ਰਹੇ ਨੇ ਜਾਂ ਜੋ ਅਸੀਂ ਪਿਛਲੇ 2 ਸਾਲ ਦੇ ਵਿੱਚ, ਜਦੋਂ ਤੋਂ ਅਰਥਚਾਰਾ ਸਾਡਾ ICU ਦੇ ਵਿੱਚ ਗਿਆ, ਜੋ ਅਸੀਂ ਦੇਖ ਰਹੇ ਹਾਂ ਵੀ ਸਰਕਾਰ ਮੁੜ ਕੇ ਸਿਰਫ ਔਰ ਸਿਰਫ ਸਰਕਾਰ ਇੱਕੋ ਹੀ ਰਾਗ ਲਾਪ ਰਹੀ ਹੈ, ਲੋਕਾਂ ਦੀਆਂ ਜੇਬਾਂ 'ਚ ਪੈਸਾ ਨਹੀਂ ਪਾਉਣਾ। ਜਦਕਿ ਜਦੋਂ ਅਸੀਂ ਕੌਮਾਂਤਰੀ ਪੱਧਰ ਤੇ ਦੇਖਦੇ ਹਾਂ ਤਾਂ ਸਾਰੀਆਂ ਵਰਲਡ ਓਵਰ ਇਕੋਨਮੀਜ਼ 'ਚ, ਭਾਵੇਂ ਅਸੀਂ ਅਮਰੀਕਾ ਵਰਗਾ ਜਿਹੜਾ ਸਰਮਾਏਦਾਰ ਮੁਲਕ ਹੈ ਉਹਨੂੰ ਵੀ ਦੇਖ ਲਈਏ, ਉਹਨਾਂ ਨੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸਾ ਪਾਇਆ। ਕੰਪਨੀਆਂ ਨੂੰ ਇਹ ਕਿਹਾ ਵੀ ਜਿਹੜੀ ਕੰਪਨੀ ਜਿੰਨੇ ਲੋਕਾਂ ਨੂੰ ਰੁਜ਼ਗਾਰ ਦੇਗੀ ਉਹਨੂੰ ਅਸੀਂ ਓਨਾ ਹੀ ਜ਼ਿਆਦਾ ਪੈਸਾ ਦੇਵਾਂਗੇ, ਉਹਨੂੰ ਉਨਾ ਹੀ ਵੱਡਾ ਸਟਿਮੂਲਸ ਮਿਲੇਗਾ। ਅਸੀਂ ਤਾਂ ਕੁਛ ਵੀ ਨਹੀਂ ਕੀਤਾ, ਅਸੀਂ ਕੰਪਨੀਆਂ ਨੂੰ 1 ਰੁਪਈਆ ਨਹੀਂ ਦਿੱਤਾ। ਜਰਮਨੀ ਦੇ ਵਿੱਚ ਕੁਰਜ਼ਰਬੇਟ ਆਈ, ਮੈਂ ਤੁਹਾਨੂੰ ਸਕੀਮ ਦੇ ਨਾਮ ਦੱਸ ਦਿੰਦਾ ਜੀ। ਜਰਮਨੀ ਦੇ ਵਿੱਚ ਕੁਰਜ਼ਰਬੇਟ ਨਾਮ ਦੀ ਸਕੀਮ ਆਈ, ਆਸਟ੍ਰੇਲੀਆ ਦੇ ਵਿੱਚ ਜੌਬ ਕੀਪਰ ਆਈ, ਫਰਾਂਸ ਦੇ ਵਿੱਚ ਐਕਟੀਵਿਟੀ ਪਾਰਸ਼ੀਅਲ ਆਈ, ਪੇਚੈਕ ਪ੍ਰੋਟੈਕਸ਼ਨ ਆਈ ਅਮਰੀਕਾ ਔਰ ਇੰਗਲੈਂਡ ਦੇ ਵਿੱਚ। ਸਾਡੇ ਕੋਲ ਕੀ ਆਇਆ? ਅਸੀਂ ਤਾਂ ਉਸ ਕੰਮ ਹੀ ਕੋਈ ਨਹੀਂ ਕੀਤਾ। ਅਸੀਂ ਕਾਹਦੇ ਸੁਧਾਰ ਕਰ ਰਹੇ ਹਾਂ? ਕਿਸ ਚੀਜ਼ ਦਾ ਸੁਧਾਰ ਕੀਤਾ? ਸਰਕਾਰ ਇੱਕ ਤਾਂ ਸੁਧਾਰ ਜਨਾਵੇ ਨਾ ਵੀ ਅਸੀਂ ਆਹ ਸੁਧਾਰ ਕੀਤਾ ਹੈ, ਕੋਈ ਸੁਧਾਰ ਨਹੀਂ ਹੈ। ਆਮ ਜਨਤਾ ਦੇ ਉੱਤੇ ਕੋਈ ਫਰਕ ਨਹੀਂ ਪੈਣਾ, ਉਲਟਾ ਆਮ ਜਨਤਾ ਦਾ ਖੂਨ ਹੋਰ ਨਿਚੋੜਿਆ ਜਾਵੇਗਾ ਜੀ। ਆਗਿਆ ਲੈਣ ਤੋਂ ਪਹਿਲਾਂ ਡਾਕਟਰ ਸਾਹਿਬ, ਜੇਕਰ ਉਹ ਜਿਵੇਂ ਕਹਿੰਦੇ ਹੁੰਦੇ ਨਾ, ਬੱਚੇ ਦਾ ਇੱਕ ਕਲਾਸ ਦੇ ਵਿੱਚ ਟੈਸਟ ਹੁੰਦਾ, ਉਹਦੇ 'ਚੋਂ 10 ਦੇ ਵਿੱਚੋਂ ਮਾਰਕਸ ਦਿੱਤੇ ਜਾਂਦੇ ਆ ਵੀ ਭਾਈ ਹਾਂ ਬੱਚਾ ਕਿੰਨੀ ਕੁ ਪਰਫੋਰਮੈਂਸ ਤੇ ਆ, ਤੇ ਸਰਕਾਰ ਦੇ ਇਸ ਬਜਟ ਨੂੰ ਜੇਕਰ 10 ਦੇ ਵਿੱਚੋਂ ਅੰਕ ਲਈਏ ਤਾਂ ਫਿਰ ਡਾਕਟਰ ਸਾਹਿਬ ਕਿੰਨੇ ਅੰਕ ਦਿਓਗੇ ਜੀ? ਮੈਂ 1 ਨੰਬਰ ਦਊਂਗਾ ਜੀ ਸਿਰਫ। ਕਹਿ ਸਕਦੇ ਹਾਂ ਵੀ ਫਿਰ ਇਹਦਾ ਮਤਲਬ ਸਰਕਾਰ, ਉਹ ਜਿਵੇਂ ਬੱਚਾ ਫੇਲ ਹੋ ਜਾਂਦਾ, ਬਜਟ ਵੀ ਫੇਲ ਹੋ ਗਿਆ ਜੀ। ਬਿਲਕੁਲ ਜੀ, ਸਾਡੇ ਬਿਲਕੁਲ ਆਮ ਲੋਕਾਂ ਦੇ ਪੱਖੋਂ ਦੇਖੀਏ ਤਾਂ ਬਿਲਕੁਲ ਫੇਲ ਹੈ। ਜੇ ਤੁਸੀਂ ਭਗਤ ਬਣ ਕੇ ਦੇਖਣਾ ਤਾਂ ਭਾਵੇਂ 10 'ਚੋਂ 11 ਨੰਬਰ ਵੀ ਦੇ ਸਕਦੇ ਹੋ। ਜਿਹੜਾ ਮੈਂ 1 ਨੰਬਰ ਵੀ ਦੇ ਰਿਹਾ ਨਾ ਜੀ, ਉਹ ਸਿਰਫ ਇਸ ਕਰਕੇ ਦੇ ਰਿਹਾ ਜਿਹੜਾ ਗ੍ਰੀਨ ਟੈਕਸ ਸਰਕਾਰ ਲੈ ਕੇ ਆ ਰਹੀ ਹੈ, ਜਾਂ ਸਰਕਾਰ ਨੇ ਇੱਕ ਵੰਡ ਕੀਤੀ ਹੈ ਵੀ ਜਿਹੜਾ ਸੈਂਸਸ ਹੋਏਗਾ ਉਹ ਡਿਜੀਟਲ ਤਰੀਕੇ ਦੇ ਨਾਲ ਹੋਏਗਾ, ਲੋਕ ਘਰ ਘਰ ਨਹੀਂ ਜਾਣਗੇ, ਤਾਂ ਉਹ 1 ਨੰਬਰ ਉੱਥੇ ਸਰਕਾਰ ਦਾ ਬਣਦਾ ਜੀ। ਉਹ ਮੇਰੇ ਖਿਆਲ ਨਾਲ ਸਰਕਾਰ ਨੇ ਸਹੀ ਕਦਮ ਚੁੱਕਿਆ ਜੀ। ਬਿਲਕੁਲ ਸਹਿਮਤ ਹਾਂ ਡਾਕਟਰ ਸਾਹਿਬ ਤੁਹਾਡੇ ਨਾਲ। ਤੁਹਾਡੇ ਜਿੰਨੇ ਵੀ ਤੁਸੀਂ ਅੰਕੜੇ ਪੇਸ਼ ਕੀਤੇ, ਜਿੰਨੀ ਵੀ ਸਾਡੇ ਨਾਲ ਚਰਚਾ ਕੀਤੀ, ਅਸੀਂ ਤੁਹਾਡੇ ਨਾਲ ਵੀ ਸਹਿਮਤ ਹਾਂ ਵੀ ਬਿਲਕੁਲ ਇਸ ਨੂੰ ਤੁਹਾਡੇ ਅਕੋਰਡਿੰਗ ਅਸੀਂ ਵੀ 1 ਨੰਬਰ ਨਾਲ ਸਹਿਮਤ ਹੋ ਸਕਦੇ ਹਾਂ। ਭਗਤ ਚਾਹੇ 10 ਦੇ ਵਿੱਚੋਂ 11 ਨੰਬਰ ਦੇ ਦੇਣ, ਉਹ ਇੱਕ ਵਧਾ ਵੀ ਸਕਦੇ ਆ। ਬਾਕੀ ਭਗਤਾਂ ਦੇ ਕੀ ਪ੍ਰਤੀਕਰਮ ਹੋਣਗੇ ਉਹ ਸਾਨੂੰ ਬਾਅਦ ਦੇ ਵਿੱਚ ਸਾਡੇ ਮਿਲ ਹੀ ਜਾਣਗੇ ਕਮੈਂਟਸ ਦੇ ਜ਼ਰੀਏ। ਖੈਰ, ਇਸ ਬਜਟ ਦੇ ਉੱਪਰ ਅਹਿਮ ਚਰਚਾ ਕਰਨ ਲਈ ਡਾਕਟਰ ਸਾਹਿਬ ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ ਜੀ।
ਬਹੁਤ ਬਹੁਤ ਮਿਹਰਬਾਨੀ ਜੀ। ਦੋਸਤੋ, ਇਹ ਸਨ ਡਾਕਟਰ ਰਾਜੀਵ ਖੋਸਲਾ, MBA ਡਿਪਾਰਟਮੈਂਟ ਦੇ ਹੈੱਡ ਚੰਡੀਗੜ੍ਹ ਤੋਂ, ਜਿਨ੍ਹਾਂ ਨੇ ਸਾਡੇ ਨਾਲ ਅੱਜ ਚਰਚਾ ਕੀਤੀ ਕੇਂਦਰੀ ਬਜਟ ਦੇ ਉੱਪਰ। ਕੀ ਕੁਛ ਨਵਾਂ ਹੋ ਰਿਹਾ, ਕੀ ਕੁਛ ਘਟਾਤਾ, ਕੀ ਕੁਛ ਵਧਾ ਰਿਹਾ, ਕਿੰਨੇ ਕੁਛ ਦੇ ਵਿੱਚ ਸਰਕਾਰ ਪੈਸਾ ਲਾ ਰਹੀ ਆ, ਕਿੰਨਾ ਕੁਛ ਵੇਚ ਰਹੀ ਆ। ਸਾਰੀਆਂ ਚਰਚਾਵਾਂ ਡਾਕਟਰ ਸਾਹਿਬ ਨੇ ਖੁੱਲ੍ਹ ਕੇ ਕੀਤੀਆਂ ਔਰ ਅਖੀਰ ਦੇ ਵਿੱਚ ਜਾਂਦਿਆਂ 10 ਦੇ ਵਿੱਚੋਂ 1 ਨੰਬਰ ਦੇ ਕੇ ਗਏ ਨੇ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ? ਤੁਸੀਂ ਇਸ ਬਜਟ ਨੂੰ ਕਿਸ ਨਜ਼ਰੀਏ ਤੋਂ ਵੇਖਦੇ ਹੋ ਔਰ ਤੁਸੀਂ ਕਿੰਨੇ ਮਾਰਕਸ ਦਿੰਦੇ ਹੋ ਸਰਕਾਰ ਦੇ ਇਸ ਬਜਟ ਨੂੰ? ਤੁਸੀਂ ਆਪਣਾ ਪ੍ਰਤੀਕਰਮ, ਆਪਣੇ ਕਮੈਂਟਸ ਸਾਨੂੰ ਜ਼ਰੂਰ ਦੇਣਾ। ਸੋ ਇੱਥੇ ਅੱਜ ਦੀ ਜਿਹੜੀ ਹੈਗੀ ਚਰਚਾ ਮੈਂ ਸਮਾਪਤ ਕਰਨੀ ਚਾਹਾਂਗਾ। ਮੈਨੂੰ ਦਿਓ ਆਗਿਆ। ਉਡਾਨ ਨਿਊਜ਼ 24 ਦੇ ਸਟੂਡੀਓ ਤੋਂ ਕੈਮਰਾਮੈਨ ਸਰਨਜੀਤ ਮੌੜ ਦੇ ਨਾਲ ਮੈਂ ਹਰਜਿੰਦਰ ਸਿੰਘ।